ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਗੁਰ ਹਰ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਦਨਾ, ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਸਤਨਾਮ ਵਾਹਿਗੁਰੂ ਸਾਹਿਬ ਜੀ। ਚੌਪਈ। ਗਾਣੇ ਅਗ ਕਰ ਪ੍ਰਾਨੀ ਜੇ ਮੱਜਤ, ਤੀਰਥ ਮਹਾ ਬਿਖੈ ਸਭ ਤੱਜਤ। ਪਾਪਨ ਤੇ ਆਕੁਲ ਹੋਏ ਆਵਤ, ਇਹਾਂ ਧੂਰ ਸੰਤਨ ਕੀ ਪਾਵਤ। ਗਾਨਿਆਗ ਕਰ ਪ੍ਰਾਨੀ ਜੇ ਮੱਜਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ, ਤਖਤ ਜੀ ਦੇ ਮਾਲਕ, ਦਸਾਂ ਹੀ ਪਾਤਸ਼ਾਹੀਆਂ ਕੀ ਆਤਮਕ ਜੋਤ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਦਿਨ ਦੇ ਚੌਥੇ ਪਹਿਰ ਦੇ ਸੁੰਦਰ ਦੀਵਾਨ ਚੱਲ ਰਹੇ ਹਨ। ਸਜੇ ਹੋਏ ਦੀਵਾਨਾਂ ਅੰਦਰ ਅਤੇ ਸਨਮਾਨਯੋਗ ਰਾਗੀ ਸਿੰਘਾਂ ਪਾਸੋਂ ਆਪ ਸੰਗਤਾਂ ਨੇ ਅੰਮ੍ਰਿਤਮਈ ਇਲਾਹੀ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਓ ਗੁਰ ਸੰਗਤ ਜੀ, ਹੁਣ ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਆਪਾਂ ਸਰਵਣ ਕਰਦੇ ਆ ਰਹੇ ਹਾਂ। ਕੱਲ੍ਹ ਦੇ ਦੀਵਾਨਾਂ ਵਿੱਚ ਆਪਾਂ ਸਰਵਣ ਕੀਤਾ ਸੀ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ 'ਤੇ ਵਿਰਾਜਮਾਨ ਨੇ। ਬੇਅੰਤੀ ਸੰਗਤਾਂ ਸਤਿਗੁਰੂ ਜੀ ਦੇ ਦਰਸ਼ਨਾਂ ਵਾਸਤੇ ਆਉਂਦੀਆਂ ਨੇ। ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਭਾਈ ਜੋਧ ਤੇ ਭਾਈ ਢੇਸੀ, ਜਿਹੜੇ ਦੋਵੇਂ ਜਾਤੀ ਕਰਕੇ ਬ੍ਰਾਹਮਣ ਹਨ ਪਰ ਗੁਰੂ ਕੇ ਸਿੱਖ ਹਨ, ਸਿੱਖੀ ਧਾਰਨ ਕੀਤੀ ਹੋਈ ਹੈ, ਇਹ ਚੱਲ ਕੇ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆਏ ਨੇ। ਇਹਨਾਂ ਦੋਨਾਂ ਨੇ ਆ ਕੇ ਗੁਰੂ ਸਾਹਿਬ ਜੀ ਨੂੰ ਨਮਸਕਾਰ ਕੀਤੀ ਹੈ। ਬੇਨਤੀ ਕਰਦੇ ਨੇ, ਸਤਿਗੁਰੂ ਜੀ, ਜਿਹੜੇ ਬ੍ਰਾਹਮਣ ਵੱਡੇ ਪੰਡਤ ਹਨ ਉਹ ਸਾਨੂੰ ਆਪਣੀ ਪੰਗਤ ਵਿੱਚ ਨਹੀਂ ਬੈਠਣ ਦਿੰਦੇ। ਕਾਰਨ ਇਹ ਦੱਸਦੇ ਨੇ ਕਿ ਤੁਸੀਂ ਖੱਤਰੀ ਨੂੰ ਗੁਰੂ ਧਾਰਨ ਕੀਤਾ ਹੈ, ਤੁਸੀਂ ਤੀਰਥਾਂ 'ਤੇ ਜਾਣਾ, ਵਰਤ ਰੱਖਣੇ, ਪਿੰਡ ਪੱਤਲ ਕਿਰਿਆ, ਇਹ ਸਾਰਾ ਕੁਝ ਛੱਡ ਦਿੱਤਾ ਹੈ। ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰਦਾ ਹੈ ਤੇ ਤੁਸੀਂ ਕੜਾ ਪ੍ਰਸ਼ਾਦ ਛਕਦੇ ਹੋ। ਇਸ ਕਰਕੇ ਤੁਸੀਂ
ਜਿਹੜੇ ਕਰਮ ਹਨ ਉਹ ਨਹੀਂ ਕਰਦੇ, ਤੁਸੀਂ ਸ਼ੂਦਰ ਹੋ, ਤੁਸੀਂ ਭ੍ਰਿਸ਼ਟ ਹੋਏ ਹੋ, ਇਸ ਕਰਕੇ ਸਾਡੀ ਪੰਗਤ ਵਿੱਚ ਨਾ ਬੈਠੋ। ਇਹਨਾਂ ਸਿੱਖਾਂ ਨੇ ਬੇਨਤੀ ਕੀਤੀ, ਸਤਿਗੁਰੂ ਮਹਾਰਾਜ ਅਸੀਂ ਆਪ ਜੀ ਦੇ ਸਿੱਖ ਹਾਂ, ਸਾਡੇ ਮਨ ਵਿੱਚ ਕੋਈ ਰੋਸ ਨਹੀਂ, ਕਿਉਂਕਿ ਸਾਨੂੰ ਪਤਾ ਹੈ ਕਿ ਅਸੀਂ ਸਿੱਖੀ ਨੂੰ ਧਾਰਨ ਕੀਤਾ ਹੋਇਆ, ਤੇ ਜਿਸ ਤਰ੍ਹਾਂ ਆਪ ਜੀ ਸਾਨੂੰ ਉਪਦੇਸ਼ ਦਿੰਦੇ ਹੋ ਅਸੀਂ ਉਪਦੇਸ਼ ਕਮਾਉਂਦੇ ਹਾਂ। ਪਰ ਮਹਾਰਾਜ ਸਾਨੂੰ ਇਹ ਦੱਸੋ ਕਿ ਅਸੀਂ ਇਹਨਾਂ ਨੂੰ ਜਵਾਬ ਕੀ ਦਈਏ। ਤੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹਨਾਂ ਨੂੰ ਉੱਤਰ ਦਿੱਤਾ ਹੈ। ਗੁਰਦੇਵ ਕਹਿਣ ਲੱਗੇ ਕਿ ਅੰਮ੍ਰਿਤਸਰ ਪਾਵਨ ਤੀਰਥ ਹੈ, ਇਸ ਤੀਰਥ ਦੇ ਸਮਾਨ ਹੋਰ ਕੋਈ ਤੀਰਥ ਨਹੀਂ। ਕਿਉਂਕਿ ਅਕਾਲ ਪੁਰਖ ਵਾਹਿਗੁਰੂ ਜੀ ਦੀ ਆਪਣੀ ਨਗਰੀ ਹੈ, ਤੇ ਜਿਹੜੇ ਕਲਯੁਗ ਦੇ ਸਮੇਂ ਅੰਦਰ ਤੀਰਥ ਹਨ ਉਹ ਲੋਕਾਂ ਦੀ ਮੈਲ ਨੂੰ ਧੋ ਧੋ ਕੇ ਮੈਲ ਦੇ ਸਹਿਤ ਹੋਏ। ਉਹ ਵੀ ਚਾਹੁੰਦੇ ਹਨ ਕਿ ਸਾਡੇ ਵਿੱਚ ਕੋਈ ਮੁਬਾਰਕ ਚਰਨ ਪਾਵੇ ਤੇ ਸਾਡੀ ਮੈਲ ਦੂਰ ਹੋਵੇ। ਇਸ ਕਰਕੇ ਸਾਰੇ ਤੀਰਥਾਂ ਨੇ ਆ ਕੇ ਸ਼੍ਰੀ ਅੰਮ੍ਰਿਤਸਰ ਨਿਵਾਸ ਕੀਤਾ ਹੈ ਕਿ ਸਾਨੂੰ ਇੱਥੋਂ ਪਵਿੱਤਰਤਾ ਪ੍ਰਾਪਤ ਹੋ ਜਾਵੇ। ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰਕੇ ਸਾਨੂੰ ਦੱਸੋ ਕਿ ਕਿਸ ਤਰ੍ਹਾਂ ਇਹ ਤੀਰਥ ਜਿਹੜੇ ਨੇ ਉਹ ਅਪਵਿੱਤਰ ਹੁੰਦੇ ਨੇ, ਤੇ ਸਾਧੂ ਦੀ ਧੂੜ ਦੇ ਨਾਲ ਕਿਸ ਤਰ੍ਹਾਂ ਇਹ ਤੀਰਥ ਪਵਿੱਤਰ ਹੋ ਜਾਂਦੇ ਨੇ। ਜਿਸ ਤਰ੍ਹਾਂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਾਵਨ ਬਚਨ ਜੋ ਬਾਣੀ ਦੇ ਵਿੱਚ ਪੜ੍ਹਦੇ ਹਾਂ, ਇਹ ਸਤਿਗੁਰੂ ਜੀ ਨੇ ਮੁਖਾਰਬਿੰਦ ਤੋਂ ਸੁਣਾਏ ਹਨ। ਜਿਸ ਤਰ੍ਹਾਂ ਕੀ ਵਿਚਾਰ ਆ ਰਹੀ ਹੈ, ਆਓ ਗੁਰੂ ਸੰਗਤ ਜੀ ਮਨ ਬਿਰਤੀਆਂ ਗੁਰੂ ਚਰਨਾਂ ਵਿੱਚ ਜੋੜ ਕੇ ਸਤਿਗੁਰੂ ਸਾਹਿਬ ਜੀ ਦੇ ਜੀਵਨ ਕੌਤਕਾਂ ਦੀ ਅੰਮ੍ਰਿਤਮਈ ਕਥਾ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ। ਕਰੋ ਕਿਰਪਾ ਦਿਓ ਅਸੀਸ, ਰਸਨਾ ਕਰੋ ਪਵਿੱਤਰ, ਪਿਆਰ ਸਤਿਕਾਰ ਸਹਿਤ ਉਚਾਰਨ ਕਰੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਮੁਖਵਾਕ ਗੰਗਾ ਜਮੁਨਾ ਗੋਦਾਵਰੀ ਸਰਸਵਤੀ, ਤੇ ਕਰਹਿ ਉਦਮ ਧੂਰ ਸਾਧੂ ਕੀ ਤਾਈ। ਜਿੰਨੇ ਵੀ ਇਹ ਤੀਰਥ ਸਥਾਨ ਹਨ, ਗੰਗਾ ਹੈ, ਜਮਨਾ, ਗੋਦਾਵਰੀ, ਸਰਸਵਤੀ, ਇਹ ਸਾਰੇ ਜਿਹੜੇ ਤੀਰਥ ਹਨ ਇਹ ਸਾਧੂ ਦੇ ਚਰਨਾਂ ਦੀ ਧੂੜੀ ਜਿਹੜੀ ਉਹ ਲੋਚਦੇ ਹਨ। ਇਹ ਚਾਹੁੰਦੇ ਹਨ ਕਿ ਸਾਡੇ ਵਿੱਚ ਜਿਹੜੇ ਕਮਾਈ ਵਾਲੇ ਨੇ ਉਹ ਆਪਣੇ ਮੁਬਾਰਕ ਚਰਨ ਪਾਉਣ। ਕਿਲ ਵਿਖ ਮੈਲ ਭਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਮੈਲ ਦੇ ਭਰੇ ਹੋਏ ਤੀਰਥ ਜਿਹੜੇ ਹਨ ਉਹ ਸੋਚਦੇ ਹਨ ਕਿ ਸਾਡੇ ਵਿੱਚ ਆਪਣੇ ਮੁਬਾਰਕ ਚਰਨ ਪਾਉਣ, ਕਿਉਂਕਿ ਮੈਲ ਦੇ ਭਰੇ ਹੋਏ ਜਿਹੜੇ ਲੋਕ ਨੇ ਉਹ ਆਪਣੀ ਮੈਲ ਤੀਰਥਾਂ ਵਿੱਚ ਛੱਡਦੇ ਨੇ, ਤੇ ਤੀਰਥ ਚਾਹੁੰਦੇ ਹਨ ਕਿ ਸਾਧੂ ਦੀ ਧੂੜੀ ਮਿਲੇ, ਕਿਉਂਕਿ ਸਾਧੂ ਦੀ ਧੂੜੀ ਜਿਹੜੀ ਹੈ, ਕਮਾਈ ਵਾਲੇ ਦੀ ਚਰਨ ਧੂੜ ਜਿਹੜੀ ਹੈ, ਉਹ ਇਸ ਮੈਲ ਨੂੰ ਦੂਰ ਕਰਦੀ ਹੈ। ਸ੍ਰੀ ਨਾਮਦੇਵ ਵਾਕੂ ਰਾਮ ਸੰਗ ਨਾਮਦੇਵ ਜਨ ਕੋ ਪ੍ਰਤੱਗਿਆ ਆਈ। ਸਤਿਗੁਰੂ ਜੀ ਕਹਿੰਦੇ ਭਗਤ ਨਾਮਦੇਵ ਜੀ ਦੇ ਵੀ ਪਾਵਨ ਬਚਨ ਹਨ, ਰਾਮ ਸੰਗ ਨਾਮਦੇਵ ਜਨ ਕੋ ਪ੍ਰਤੱਗਿਆ ਆਈ। ਜਦੋਂ ਸਿੱਖਾਂ ਨੇ ਸਵਾਲ ਕੀਤਾ, ਮਹਾਰਾਜ ਫਿਰ ਇਹ ਸਾਨੂੰ ਕਹਿੰਦੇ ਨੇ ਕਿ ਤੁਸੀਂ ਤੀਰਥਾਂ ਤੇ ਨਹੀਂ ਜਾਂਦੇ, ਤੁਸੀਂ ਵਰਤ ਨਹੀਂ ਰੱਖਦੇ, ਤੇ ਇਹਨਾਂ ਨੂੰ ਉੱਤਰ ਕੀ ਦਈਏ। ਤੇ ਸਤਿਗੁਰੂ ਜੀ ਨੇ ਭਗਤ ਨਾਮਦੇਵ ਜੀ ਦੇ ਪਾਵਨ ਬਚਨ ਸੁਣਾਏ ਨੇ ਕਿ ਭਗਤ ਨਾਮਦੇਵ ਜੀ ਨੂੰ ਪਰਮਾਤਮਾ ਦੀ ਜਿੱਥੇ ਸੰਗਤ ਹੁੰਦੀ ਹੈ, ਉਹ ਸੰਗਤ ਦੇ ਵਿੱਚ ਜਿੱਥੇ ਨਾਮ ਜਪਣ ਵਾਲੇ ਬੈਠਦੇ ਨੇ, ਉਹਨਾਂ ਦੀ ਸੰਗਤ ਦੇ ਵਿੱਚ ਭਰੋਸਾ ਜਿਹੜਾ ਅਸੀਂ ਬਣਿਆ ਹੈ। ਏਕਾਦਸ਼ੀ ਬ੍ਰਤ ਰਹਿ ਕਾਹੇ ਕੋ ਤੀਰਥ ਜਾਏ। ਫਿਰ ਜਿਹੜਾ ਵਰਤ ਰੱਖਣਾ ਇਕਾਦਸ਼ੀ ਦਾ ਅਤੇ ਤੀਰਥਾਂ ਤੇ ਜਾ ਕੇ ਨਹਾਉਣ ਦਾ ਕੀ ਲਾਭ, ਕਿਉਂਕਿ ਜਾਣਾ ਤੇ ਅੰਤਸ਼ਕਰਨ ਦੀ ਸ਼ੁੱਧੀ ਵਾਸਤੇ ਸੀ। ਜਦੋਂ ਹਿਰਦਾ ਹੀ ਪਵਿੱਤਰ ਹੋ ਗਿਆ ਤੇ ਫਿਰ ਸੰਗਤ ਵਿੱਚ ਆਉਣ ਦੇ ਨਾਲ ਪਵਿੱਤਰ ਹਿਰਦਾ ਜਿਹੜਾ ਹੈ
ਉਸ ਨੂੰ ਫਿਰ ਵਰਤ ਰੱਖਣ ਦੀ, ਤੀਰਥਾਂ ਤੇ ਜਾਣ ਦੀ ਕੋਈ ਲੋੜ ਨਹੀਂ ਹੈ। ਕਹੋ ਕਬੀਰ ਜੋ ਬ੍ਰਹਮ ਵਿਚਾਰੈ। ਤੇ ਭਗਤ ਕਬੀਰ ਸਾਹਿਬ ਜੀ ਦੇ ਫਿਰ ਪਾਵਨ ਬਚਨ ਨੇ, ਵਿਪਰ ਜਾਤ ਤਨ ਕੇ ਅਭਿਮਾਨੀ। ਭਗਤ ਕਬੀਰ ਸਾਹਿਬ ਜੀ ਨੇ ਕਿਹਾ ਹੈ, ਜਿਹੜੇ ਵਿਪਰ ਜਾਤੀ ਵਾਲੇ ਤਨ ਦੇ ਅਭਿਮਾਨੀ ਲੋਕ ਸਨ, ਸੋ ਬ੍ਰਾਹਮਣ ਕਹੀਤ ਹੈ ਹਮਾਰੇ। ਗੁਰਸਿੱਖ ਹੋਵਤ ਆਤਮ ਗਿਆਨੀ। ਵਿਪਰ ਜਾਤ ਤਨ ਕੇ ਅਭਿਮਾਨੀ, ਜਿਹੜੇ ਵਿਪਰ ਜਾਤੀ ਹਨ, ਤਨ ਦਾ ਹੰਕਾਰ ਕਰਨ ਵਾਲੇ ਹਨ। ਗੁਰਸਿੱਖ ਹੋਵਤ ਆਤਮ ਗਿਆਨੀ, ਪਰ ਜਿਹੜੇ ਗੁਰਸਿੱਖ ਨੇ ਉਹ ਆਤਮ ਗਿਆਨੀ ਹੁੰਦੇ ਹਨ। ਤਰਹਿ ਅਹੰ ਤਨ ਤੇ ਚੰਡਾਲ। ਫਿਰ ਜਿਹੜੇ ਸਰੀਰ ਦਾ ਹੰਕਾਰ ਧਾਰਨ ਕਰਦੇ ਹਨ ਉਹ ਵੱਡੇ ਚੰਡਾਲ ਹਨ। ਪ੍ਰੀਤ ਚਰਮ ਚਰਬੀ ਕੇ ਨਾਲ। ਜਿਹੜੇ ਆਪਣੀ ਚਰਬੀ ਦੇ ਨਾਲ, ਚੰਮ ਦੇ ਨਾਲ ਪ੍ਰੀਤੀ ਕਰਦੇ ਹਨ। ਸੋ ਬ੍ਰਾਹਮਣ ਜਿਨ ਬ੍ਰਹਮ ਪਛਾਨਿਓ। ਅਸਲ ਵਿੱਚ ਬ੍ਰਾਹਮਣ ਉਹ ਹੈ ਜਿਸ ਨੇ ਬ੍ਰਹਮ ਨੂੰ ਪਛਾਣਿਆ ਹੈ। ਸਭ ਘਟ ਮਹਿ ਇੱਕ ਪੂਰਨ ਜਾਣਿਓ। ਸਾਰੇ ਘਟਾਂ ਵਿੱਚ, ਸਰੀਰਾਂ ਵਿੱਚ ਇੱਕ ਪੂਰਨ ਬ੍ਰਹਮ ਨੂੰ ਜਾਣਿਆ। ਕਹੋ ਕਬੀਰ ਜੋ ਬ੍ਰਹਮ ਵਿਚਾਰੈ। ਭਗਤ ਕਬੀਰ ਸਾਹਿਬ ਜੀ ਦੇ ਬਚਨ ਹਨ ਕਿ ਜਿਹੜਾ ਬ੍ਰਹਮ ਦੀ ਵਿਚਾਰ ਕਰਦਾ ਹੈ, ਸੋ ਬ੍ਰਾਹਮਣ ਕਹੀਤ ਹੈ ਹਮਾਰਾ। ਉਹ ਸਾਡੇ ਵਿੱਚ ਬ੍ਰਾਹਮਣ ਕਿਹਾ ਜਾਂਦਾ ਹੈ। ਕਿਉਂਕਿ ਇਸ ਗੱਲ ਦਾ ਵੀ ਬ੍ਰਾਹਮਣ ਨੂੰ ਹੰਕਾਰ ਸੀ ਕਿ ਮੈਂ ਜਾਤੀ ਕਰਕੇ ਬ੍ਰਾਹਮਣ ਹਾਂ, ਜਾਤੀ ਕਰਕੇ ਉੱਚਾ, ਤੇ ਜਾਤ ਦਾ ਅਭਿਮਾਨ ਹੋਣਾ ਇਹ ਸੁਭਾਵਿਕ ਸੀ। ਪਰ ਭਗਤ ਕਬੀਰ ਸਾਹਿਬ ਜੀ ਨੇ ਜਿਹੜਾ ਜਾਤੀ ਕਰਕੇ ਮਾਣ ਕਰਦਾ ਹੈ ਉਹਨੂੰ ਵੱਡਾ ਮੂਰਖ ਕਿਹਾ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਹਨ, ਕਹੋ ਕਬੀਰ ਜੋ ਬ੍ਰਹਮ ਵਿਚਾਰੈ। ਜਿਹੜਾ ਬ੍ਰਹਮ ਦੀ ਵਿਚਾਰ ਕਰਦਾ ਹੈ ਸਾਡੇ ਵਿੱਚ, ਤਾਂ ਉਹ ਬ੍ਰਾਹਮਣ ਕਿਹਾ ਜਾਂਦਾ ਹੈ। ਹਾੜ ਚਰਮ ਮਿਜ ਸ਼੍ਰੋਣਤ ਮਾਸ। ਫਿਰ ਇਹ ਸਰੀਰ ਦਾ ਕੀ ਮਾਣ ਕਰਨਾ ਹੈ? ਸਰੀਰ ਦੇ ਵਿੱਚ ਤਾਂ ਹੱਡ ਨੇ, ਚੰਮ ਹਨ, ਮਿੱਝ ਹੈ, ਲਹੂ ਹੈ, ਮਾਸ ਹੈ। ਤਰਹਿ ਪ੍ਰੀਤ ਚੰਡਾਲ ਆਵਾਸ। ਜਿਹੜਾ ਇਹਨਾਂ ਚੀਜ਼ਾਂ ਦੇ ਨਾਲ ਪ੍ਰੇਮ ਕਰਦਾ ਹੈ ਉਹਨੂੰ ਚੰਡਾਲ ਹੀ ਮੰਨਿਆ ਜਾਵੇਗਾ। ਕਿਉਂਕਿ ਲਹੂ ਦੇ ਨਾਲ, ਮਾਸ ਦੇ ਨਾਲ, ਹੱਡ ਦੇ ਨਾਲ ਪ੍ਰੀਤੀ ਕਰਨ ਵਾਲਾ ਜਿਹੜਾ ਹੈ ਉਹ ਚੰਡਾਲ ਮੰਨਿਆ ਗਿਆ ਹੈ। ਤੁਮ ਬ੍ਰਾਹਮਣ ਹੋ ਬ੍ਰਹਮ ਪਛਾਤਾ। ਤੁਸੀਂ ਅਸਲ ਵਿੱਚ ਬ੍ਰਾਹਮਣ ਹੋ ਤੇ ਬ੍ਰਹਮ ਨੂੰ ਪਛਾਣਿਆ ਹੈ। ਤੇ ਬ੍ਰਾਹਮਣ ਉਹੀ ਹੈ ਜਿਹੜਾ ਬ੍ਰਹਮ ਦੀ ਪਛਾਣ ਕਰੇ। ਨਿਜ ਸਰੂਪ ਕੇ ਨਿਤ ਰੰਗ ਰਾਤਾ। ਨਿਜ ਸਰੂਪ ਕੇ ਨਿਤ ਰੰਗ ਮਾਤਾ, ਆਪਣੇ ਨਿਜ ਸਰੂਪ ਦੇ ਵਿੱਚ ਮਸਤ ਰਹੇ। ਤੇ ਅਸਲ ਵਿੱਚ ਬ੍ਰਾਹਮਣ ਉਹਨੂੰ ਕਿਹਾ ਗਿਆ ਜਿਹੜਾ ਆਪਣੇ ਸਰੂਪ ਦੀ ਪਛਾਣ ਕਰਦਾ ਹੈ, ਨਾ ਕਿ ਸਰੀਰਾਂ ਦੇ ਉੱਤੇ ਮਾਣ ਕਰਨ ਵਾਲਾ, ਜਾਤੀ ਤੇ ਮਾਣ ਕਰਨ ਵਾਲਾ। ਉਹ ਬ੍ਰਾਹਮਣ ਨਹੀਂ। ਭਗਤ ਕਬੀਰ ਸਾਹਿਬ ਕਹਿੰਦੇ ਹਨ, ਬ੍ਰਾਹਮਣ ਉਹ ਹੈ ਜਿਹਨੇ ਬ੍ਰਹਮ ਨੂੰ ਪਛਾਣਿਆ ਤੇ ਆਪਣੇ ਨਿਜ ਸਰੂਪ ਦੀ ਪਛਾਣ ਕੀਤੀ ਹੈ। ਨਿਜ ਸਰੂਪ ਕੀ ਹੈ? ਆਤਮ ਸਰੂਪ। ਤੇ ਇਹੋ ਹੀ ਆਤਮ ਸਰੂਪ ਸਾਰਿਆਂ ਦੇ ਵਿੱਚ ਹੈ। ਇਹ ਆਤਮਾ ਬ੍ਰਹਮ ਦੀ ਅੰਸ਼ ਹੈ। ਇਸ ਕਰਕੇ ਜਿਹੜਾ ਬ੍ਰਹਮ ਨੂੰ ਜਾਣ ਲੈਂਦਾ ਹੈ ਅਸਲ ਵਿੱਚ ਉਹੀ ਬ੍ਰਾਹਮਣ ਹੈ। ਜਿਹਨੇ ਬ੍ਰਹਮ ਨੂੰ ਪਛਾਣਿਆ, ਭਗਤ ਕਬੀਰ ਸਾਹਿਬ ਕਹਿੰਦੇ ਨੇ, ਸਾਡੀ ਦ੍ਰਿਸ਼ਟੀ ਵਿੱਚ ਉਹ ਅਸਲੀ ਬ੍ਰਾਹਮਣ ਹੈ। ਜਾਤ ਦਾ ਹੰਕਾਰ ਕਰਨ ਵਾਲਾ, ਉਹ ਹੰਕਾਰ ਇਸ ਚੀਜ਼ ਦਾ ਕਰ ਰਿਹਾ ਹੈ ਕਿ ਮੇਰਾ ਸਰੀਰ, ਮੇਰਾ ਜਨਮ ਬ੍ਰਾਹਮਣ ਘਰਾਣੇ ਵਿੱਚ ਹੋਇਆ ਹੈ। ਪਰ ਇਹ ਸਰੀਰ ਦੇ ਵਿੱਚ ਹੈ ਕਿ ਹੱਡ, ਚੰਮ, ਮਾਸ। ਇਸ ਸਰੀਰ ਦੇ ਨਾਲ, ਹੱਡ ਚੰਮ ਦੇ ਨਾਲ, ਲਹੂ ਦੇ ਨਾਲ ਪ੍ਰੇਮ ਕਰਨ ਵਾਲਾ ਤੇ ਕੰਮ ਚੰਡਾਲ ਦਾ ਹੈ। ਇਸ ਕਰਕੇ ਜਿਹੜਾ ਪ੍ਰਮਾਤਮਾ ਨਾਲ ਪ੍ਰੀਤੀ ਕਰਦਾ ਹੈ, ਬ੍ਰਹਮ ਨੂੰ ਜਾਣ ਲੈਂਦਾ ਹੈ, ਸਾਡੇ ਸਾਹਮਣੇ ਉਹੀ ਬ੍ਰਾਹਮਣ ਹੈ। ਤਰਪਨ ਪਿੰਡ ਪਤਲ ਗਾਇਤਰੀ। ਸੂਰਜ ਨੂੰ ਪਾਣੀ ਦੇਣਾ, ਪਿੰਡ, ਪੱਤਲ ਕਿਰਿਆ ਇਤਿਆਦਿਕ ਕਰਨੇ। ਪਿਤਰ ਲੋਕ ਪ੍ਰਾਪਤ ਪਵਿੱਤਰੀ। ਫਿਰ ਪੁੱਤਰ ਲੋਕਾਂ ਦੀ ਇੱਛਾ ਰੱਖਣੀ ਕਿ ਇਹ ਸਾਰੇ ਕਰਮ ਕਰਕੇ ਸਾਨੂੰ ਪਿਤਰ ਲੋਕ ਦੀ ਪ੍ਰਾਪਤੀ ਹੋ ਜਾਵੇ। ਤੁਮ ਸਤਨਾਮ ਜਪੋ ਸੁਖ ਰਾਸ। ਮਹਾਰਾਜ ਕਹਿੰਦੇ ਤੁਸੀਂ ਪਰਮੇਸ਼ਰ ਦਾ ਨਾਮ ਜਪੋ, ਜਿਹੜਾ ਨਾਮ ਸਾਰੇ ਸੁੱਖ ਦੇਣ ਵਾਲਾ ਹੈ। ਪਹੁੰਚੋ ਵਾਹਿਗੁਰੂ ਪਗ ਪਾਸ। ਜੇ ਨਾਮ ਜਪੋਗੇ ਤੇ ਫਿਰ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਤੁਸੀਂ ਅਭੇਦ ਹੋਵੋਗੇ। ਪਿਤਰ ਲੋਕ ਸਿੱਖ ਬਾਸ਼ਤ ਨਾਹੀ। ਜਿਹੜੇ ਸਿੱਖ ਨੇ ਉਹ ਪਿਤਰ ਲੋਕ ਦੀ ਇੱਛਾ ਨਹੀਂ ਰੱਖਦੇ। ਅਬਨਾਸ਼ੀ ਨਿਜ ਰੂਪ ਸਮਾਹੀ। ਜਿਹੜਾ ਪ੍ਰਮਾਤਮਾ ਵਾਹਿਗੁਰੂ ਨਾਸ਼ ਤੋਂ ਰਹਿਤ ਹੈ, ਉਸ ਸਰੂਪ ਦੇ ਵਿੱਚ ਸਮਾਉਣਾ ਚਾਹੁੰਦੇ ਨੇ ਕਿ ਸਾਡੀ ਅਭੇਦਤਾ ਪ੍ਰਮਾਤਮਾ ਵਾਹਿਗੁਰੂ ਦੇ ਵਿੱਚ ਹੋ ਜਾਵੇ।
ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਸੀਂ ਲੀਨ ਹੋ ਜਾਈਏ। ਜਿਮ ਸਭ ਛਿਤ ਕੋ ਨਿਰਪਤ ਪ੍ਰਪੰਨਾ। ਜਿਸ ਤਰ੍ਹਾਂ ਸਾਰੀ ਸ੍ਰਿਸ਼ਟੀ ਤੇ ਰਾਜ ਕਰਨ ਵਾਲਾ ਚੱਕਰਵਰਤੀ ਰਾਜਾ ਹੁੰਦਾ ਹੈ, ਏਕ ਗ੍ਰਾਮ ਤੇ ਹਵੈ ਨਾ ਪ੍ਰਸੰਨਾ। ਫਿਰ ਚੱਕਰਵਰਤੀ ਰਾਜੇ ਨੂੰ ਕਿਸੇ ਇੱਕ ਨਗਰ ਦਾ ਰਾਜ ਦੇ ਦਈਏ ਨਾ ਤੇ ਉਹਨੂੰ ਪ੍ਰਸੰਨਤਾ ਨਹੀਂ ਹੁੰਦੀ, ਉਹਨੂੰ ਖੁਸ਼ੀ ਨਹੀਂ ਹੁੰਦੀ। ਜੇ ਗਰੀਬ ਲੈ ਬਹੁ ਹਰ ਖਾਵੈ। ਤੇ ਜਿਹੜਾ ਗਰੀਬ ਬੰਦਾ ਹੈ ਉਹਨੂੰ ਥੋੜਾ ਬਹੁਤਾ ਖਿੱਤਾ ਦੇ ਦਈਏ ਤੇ ਉਹ ਪ੍ਰਸੰਨ ਹੋ ਜਾਂਦਾ ਹੈ। ਤਿਮ ਨਰਕੇ ਪਿਤਰਨ ਪੁਰ ਪਾਵੈ। ਇਸ ਤਰ੍ਹਾਂ ਜਿਹੜੇ ਨਰਕਾਂ ਦੇ ਨਿਵਾਸੀ ਹਨ ਉਹ ਨਰਕਾਂ ਨੂੰ ਜਾਣ ਵਾਲੇ ਜਿਹੜੇ ਸਾਨੂੰ ਪਿਤਰਾਂ ਦੀ ਇੱਛਾ ਰੱਖਦੇ ਨੇ ਕਿ ਸਾਨੂੰ ਪਿਤਰਾਂ ਦੇ ਵਿੱਚ ਨਿਵਾਸ ਮਿਲੇ। ਗੁਰ ਕੇ ਸਿੱਖ ਸਵਰਗ ਨਹੀਂ ਬਾਂਛੇ। ਪਰ ਗੁਰੂ ਕੇ ਸਿੱਖ ਜਿਹੜੇ ਹਨ ਉਹ ਤਾਂ ਸਵਰਗਾਂ ਦੀ ਇੱਛਾ ਵੀ ਨਹੀਂ ਰੱਖਦੇ। ਪਾਵਨ ਬਚਨ ਆਪਾਂ ਬਾਣੀ ਦੇ ਅੰਦਰ ਪੜ੍ਹਦੇ ਹਾਂ, ਕਬੀਰ ਸੁਰਗ ਨਰਕ ਤੇ ਮੈਂ ਰਹਿਓ, ਸਤਿਗੁਰ ਕੈ ਪ੍ਰਸਾਦ। ਤੇ ਗੁਰੂ ਦੀ ਕਿਰਪਾ ਦੇ ਨਾਲ ਮੈਂ ਸਵਰਗਾਂ ਤੇ ਨਰਕਾਂ ਤੋਂ ਪਰੇ ਹਾਂ, ਕਿਉਂਕਿ ਨਰਕਾਂ ਦੇ ਵਿੱਚ ਪਾਪੀ ਜਾਂਦੇ ਨੇ ਤੇ ਸਵਰਗਾਂ ਦੇ ਵਿੱਚ ਪੁੰਨੀਆਂ ਦਾ ਨਿਵਾਸ ਹੁੰਦਾ ਹੈ। ਪਰ ਗੁਰੂ ਕੇ ਸਿੱਖ ਨਾਮ ਜਪਣ ਵਾਲੇ ਨਾਮੀ ਵਿੱਚ ਅਭੇਦ ਹੋ ਜਾਂਦੇ। ਨਾਮ ਜਪਣ ਵਾਲੇ ਨਾਮੀ ਪਰਮੇਸ਼ਰ ਵਿੱਚ ਅਭੇਦ ਹੁੰਦੇ ਨੇ, ਉਹਦੇ ਵਿੱਚ ਲੀਨ ਹੁੰਦੇ ਨੇ। ਇਸ ਕਰਕੇ ਗੁਰੂ ਕੇ ਸਿੱਖ ਸਵਰਗਾਂ ਦੀ ਇੱਛਾ ਨਹੀਂ ਰੱਖਦੇ। ਸਵਰਗਾਂ ਵਿੱਚ ਜਾਣਾ, ਪਿੱਤਰ ਲੋਕ ਦੀ ਪ੍ਰਾਪਤੀ ਉਹਨਾਂ ਨੂੰ ਹੁੰਦੀ ਹੈ ਕਿ ਜਿਨ੍ਹਾਂ ਨੂੰ ਇਹ ਡਰ ਹੋਵੇ ਕਿ ਅਸੀਂ ਨਰਕਾਂ ਨੂੰ ਜਾਣਾ ਸੀ, ਸਾਨੂੰ ਪਿੱਤਰ ਲੋਕ ਮਿਲ ਗਏ, ਸਾਨੂੰ ਸਵਰਗਾਂ ਦੀ ਪ੍ਰਾਪਤੀ ਹੋ ਗਈ ਤੇ ਬਹੁਤ ਚੰਗਾ ਹੈ। ਪਰ ਗੁਰੂ ਕਾ ਸਿੱਖ ਤਾਂ ਇੰਝ ਹੈ, ਜਿਸ ਤਰ੍ਹਾਂ ਸਾਰੀ ਸ੍ਰਿਸ਼ਟੀ ਦਾ ਕੋਈ ਰਾਜਾ ਚੱਕਰਵਰਤੀ ਰਾਜਾ ਹੋਵੇ ਤੇ ਉਹਨੂੰ ਕਿਤੇ ਛੋਟੇ ਮੋਟੇ ਦੇਸ਼ ਦਾ ਰਾਜ ਦਈਏ ਤੇ ਉਹ ਪ੍ਰਸੰਨ ਨਹੀਂ ਹੁੰਦਾ। ਇਸੇ ਤਰ੍ਹਾਂ ਗੁਰੂ ਕਾ ਸਿੱਖ ਹੈ। ਪਰ ਜੇ ਕਿਸੇ ਗਰੀਬ ਬੰਦੇ ਨੂੰ ਕੋਈ ਖਿੱਤਾ ਦੇ ਦਈਏ, ਛੋਟਾ ਮੋਟਾ ਰਾਜ ਦੇ ਦਈਏ ਤੇ ਉਹ ਲੈ ਕੇ ਖੁਸ਼ ਹੋ ਜਾਂਦਾ ਹੈ ਕਿ ਮੈਨੂੰ ਕੋਈ ਰਾਜ ਮਿਲਿਆ, ਚਲੋ ਮੈਨੂੰ ਜੋ ਕੁਝ ਮਿਲਿਆ ਇਹੋ ਹੀ ਚੰਗਾ ਹੈ। ਇਸੇ ਤਰ੍ਹਾਂ ਜਿਹੜੇ ਗੁਰੂ ਕੇ ਸਿੱਖ ਨੇ ਇਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦੀ ਅਭੇਦਤਾ ਮੰਗਦੇ ਨੇ। ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕਉ ਸੌਂਪ ਤੇ ਕਿਆ ਲਾਗੈ ਮੇਰਾ। ਜਦੋਂ ਮੇਰਾ ਕੁਝ ਰਿਹਾ ਹੀ ਨਹੀਂ ਤੇ ਫਿਰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ। ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੂੰ ਤਤ ਤੂੰ। ਹੁਣ ਤੂੰ ਜਪਦਿਆਂ ਤੂੰ ਵਿੱਚ ਅਭੇਦ ਹੋ ਗਏ। ਇਸ ਕਰਕੇ ਕਿਸੇ ਨਾ ਪਿੱਤਰ ਲੋਕ ਦੀ ਨਾ ਸਵਰਗ ਲੋਕ ਦੀ ਸਿੱਖ ਇੱਛਾ ਰੱਖਦੇ ਹਨ। ਬ੍ਰਹਮ ਰੂਪ ਪ੍ਰਾਪਤ ਜੇ ਆਛੇ। ਜਿਨ੍ਹਾਂ ਨੂੰ ਬ੍ਰਹਮ ਦੀ ਪ੍ਰਾਪਤੀ ਵਾਸਤੇ ਚੰਗੀ ਭਗਤੀ ਕਰਦੇ ਹਨ ਕਿ ਅਸੀਂ ਬ੍ਰਹਮ ਦੇ ਵਿੱਚ ਅਭੇਦ ਹੋ ਸਕੀਏ। ਸ੍ਰੀ ਅਰਜਨ ਤੇ ਨਿਰਣੇ ਸੁਨਕਾਰ। ਇਸ ਤਰ੍ਹਾਂ ਗੁਰੂ ਅਰਜਨ ਦੇਵ ਸਾਹਿਬ ਜੀ ਪਾਸੋਂ ਸਿੱਖਾਂ ਨੇ ਭਾਈ ਜੋਤ ਤੇ ਭਾਈ ਢੇਸੀ ਜਿਹੜੇ ਜਾਤੀ ਦੇ ਬ੍ਰਾਹਮਣ ਸਨ ਪਰ ਹੈ ਗੁਰੂ ਕੇ ਸਿੱਖ, ਇਹਨਾਂ ਨੇ ਗੁਰੂ ਸਾਹਿਬ ਜੀ ਪਾਸੋਂ ਇਹ ਉਪਦੇਸ਼ ਸੁਣਿਆ ਹੈ। ਇਸ ਕਰਕੇ ਸਾਧ ਸੰਗਤ ਜਿਹੜੇ ਨਾਮ ਰਸੀ ਹਨ ਉਹ ਕਦੇ ਸਵਰਗ ਦੀ ਇੱਛਾ ਰੱਖਦੇ ਹੀ ਨਹੀਂ। ਇਹ ਤਾਂ ਨਹੀਂ ਗਿਆਨ ਹੋਣ ਕਰਕੇ ਕਈ ਵਾਰੀ ਲੋਕ ਕਹਿ ਦਿੰਦੇ ਨੇ ਕਿ ਫਲਾਣਾ ਜੀਵ ਸਵਰਗਵਾਸੀ ਹੋ ਗਿਆ, ਪਰ ਜਿਹੜਾ ਗੁਰੂ ਕਾ ਸਿੱਖ ਹੈ ਉਹ ਗੁਰਪੁਰ ਵਾਸੀ ਹੁੰਦਾ ਹੈ। ਸੱਚਖੰਡ ਦੀ ਪ੍ਰਾਪਤੀ ਬੰਦਗੀ ਕਰਨ ਵਾਲੇ ਕਰਦੇ ਨੇ। ਇਸ ਕਰਕੇ ਇਹ ਨਿਰਣਾ ਗੁਰੂ ਸਾਹਿਬ ਜੀ ਨੇ ਸੁਣਾਇਆ, ਇਹਨਾਂ ਸਿੱਖਾਂ ਨੇ ਗੁਰੂ ਸਾਹਿਬ ਜੀ ਪਾਸੋਂ ਸੁਣਿਆ ਹੈ। ਭਏ ਪ੍ਰਸੰਨ ਨਿਰਸੰਸੇ ਦਿਜਬਰ। ਮਹਾਰਾਜ ਜੀ ਤੋਂ ਉਪਦੇਸ਼ ਸੁਣ ਕੇ ਦੋਨੋਂ ਜਿਹੜੇ ਪੰਡਤ ਬ੍ਰਾਹਮਣ ਸਨ ਨਿਰਸੰਸੇ ਹੋ ਗਏ, ਸ਼ੰਕੇ ਇਹਨਾਂ ਦੇ ਮਨਾਂ ਤੋਂ ਦੂਰ ਕਰ ਦਿੱਤੇ। ਗੁਰ ਨਿਸ਼ਚੇ ਤੇ ਲਹਿ ਬ੍ਰਹਮ ਗਿਆਨ। ਬੜੇ ਪ੍ਰਸੰਨ ਹੋਏ ਹਨ। ਗੁਰੂ ਸਾਹਿਬ ਜੀ ਤੋਂ ਉਪਦੇਸ਼ ਲੈ ਕੇ ਕਮਾਈ ਕੀਤੀ ਅਤੇ ਬ੍ਰਹਮ ਗਿਆਨੀ ਬਣੇ ਹਨ। ਜਾਤ ਪਾਤ ਕੀ ਤਿਆਗੀ ਆਣ। ਇਹਨਾਂ ਨੇ ਜਾਤ ਪਾਤ ਦਾ ਜਿਹੜਾ ਮਾਣ ਸੀ ਉਹ ਤਿਆਗ ਦਿੱਤਾ। ਜਾਤ ਕਾਨ ਗਾਡੀ ਪਗ ਬੇਰੀ। ਕਿਉਂਕਿ ਜਿਹੜਾ ਜਾਤੀ ਦਾ ਮਾਣ ਕਰਨਾ ਹੈ ਇਹ ਤਾਂ ਇੰਜ ਕਹਿ ਲੋ ਕਿ ਬੰਦੇ ਦੇ ਪੈਰਾਂ ਦੇ ਵਿੱਚ ਪਈਆਂ ਹੋਈਆਂ ਬੇੜੀਆਂ ਨੇ। ਫਿਰ ਬੰਦਾ ਬੜਾ ਮਾਣ ਮਹਿਸੂਸ ਕਰਦਾ ਹੈ ਕਿ ਮੈਂ ਫਲਾਣੀ ਜਾਤੀ ਦਾ ਫਲਾਣੇ ਨਾਲੋਂ ਉੱਚਾ ਹਾਂ। ਇੱਥੇ ਤਾਂ ਬੜਾ ਖੁਸ਼ ਹੋ ਕੇ ਜਾਤ ਦਾ ਮਾਣ ਕਰਦਾ ਹੈ। ਕਈ ਵਾਰੀ ਬੰਦਾ ਹੰਕਾਰ ਦੇ ਵਿੱਚ ਫੁੱਲਿਆ ਵੀ ਕਹਿ ਦਿੰਦਾ ਹੈ ਕਿ ਤਾਂ ਜੀ ਫਲਾਣੀ ਜਾਤੀ ਦੇ ਲੋਕ ਨੇ, ਪਰ ਇਹ ਵੀ ਇੱਕ ਬਹੁਤ ਵੱਡੀਆਂ ਪਈਆਂ ਹੋਈਆਂ ਸਾਡੇ ਪੈਰਾਂ ਵਿੱਚ ਬੇੜੀਆਂ ਨੇ ਜਿਹੜੀਆਂ ਸਾਨੂੰ ਬ੍ਰਹਮ ਵਿੱਚ ਲੀਨ ਨਹੀਂ ਹੋਣ ਦਿੰਦੀਆਂ, ਰੱਬ ਤੋਂ ਦੂਰੀ ਬਣਾਉਂਦੀਆਂ ਹਨ, ਸੱਚਖੰਡ ਦੇ ਵਿੱਚ ਥਾਂ ਨਹੀਂ ਲੈਣ ਦਿੰਦੀਆਂ। ਕਿਉਂਕਿ ਜਦੋਂ ਜਾਤ ਦਾ ਹੰਕਾਰ ਆਉਂਦਾ ਹੈ ਫਿਰ ਬੰਦਾ ਹੰਕਾਰੀ ਜਿਹੜਾ ਹੈ, ਜਿੱਥੇ ਹੰਕਾਰ ਆਇਆ ਉੱਥੇ ਨਾਮ ਦਾ ਵਾਸਾ ਨਹੀਂ ਹੁੰਦਾ। ਜੇ ਹੰਕਾਰ ਤੋਂ ਰਹਿਤ ਹੋਵੇ ਤੇ ਫਿਰ ਨਾਮ ਹਿਰਦੇ 'ਚ ਵਸਦਾ ਹੈ। ਜਦੋਂ ਸਾਰੀ ਸ੍ਰਿਸ਼ਟੀ ਹੈ ਹੀ ਅਕਾਲ ਪੁਰਖ ਪਰਮਾਤਮਾ ਦੀ ਸਾਜੀ,
ਸਾਰਿਆਂ ਵਿੱਚ ਜੋਤ ਉਸ ਪਰਮਾਤਮਾ ਦੀ ਰੱਬੀ ਜੋਤ ਨਿਵਾਸ ਕਰ ਰਹੀ ਹੈ, ਤੇ ਫਿਰ ਬੰਦਾ ਕਿਸੇ ਨਾਲ ਜਾਤੀ ਕਰਕੇ ਨਫ਼ਰਤ ਕਰੇ, ਇਹ ਤਾਂ ਇੰਜ ਮੰਨਣਾ ਹੈ ਕਿ ਜਿਸ ਤਰ੍ਹਾਂ ਕੋਈ ਪਰਮਾਤਮਾ ਦੀ ਹੋਂਦ ਦੇ ਨਾਲ ਨਫ਼ਰਤ ਕਰ ਰਿਹਾ। ਇਸ ਕਰਕੇ ਜਿਹੜੇ ਗਿਆਨਵਾਨ ਨੇ ਉਹ ਕਦੇ ਜਾਤ ਦਾ ਹੰਕਾਰ ਨਹੀਂ ਕਰਦੇ। ਹੰਕਾਰ ਕਾਹਦਾ ਕਰਨਾ ਹੈ? ਇਹ ਸਰੀਰ ਹੈ ਕਿ ਹੱਡ ਚੰਮ ਮਾਸ ਮਿੱਝ ਲਹੂ, ਇਸ ਚੀਜ਼ ਦਾ ਮਾਣ ਕਰਾਂਗੇ, ਤੇ ਜੇ ਇਸ ਚੀਜ਼ ਦਾ ਮਾਣ ਕਰਾਂਗੇ ਤੇ ਵੱਡੀ ਮੂਰਖਤਾ ਹੈ। ਜੇ ਮਾਣ ਹੈ ਤੇ ਆਪਣੇ ਗੁਰੂ ਤੇ ਕਰੀਏ, ਮਾਣ ਹੈ ਤੇ ਪਰਮਾਤਮਾ ਤੇ ਕਰੀਏ। ਤੂੰ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ, ਨਾ ਤੁਮ ਡੋਲਹੁ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ। ਇਸ ਚੀਜ਼ ਦਾ ਮਾਣ ਕਰੀਏ ਕਿ ਅਸੀਂ ਪਰਮਾਤਮਾ ਦੀ ਭਗਤੀ ਕਰਨ ਲੱਗੇ ਤੇ ਬਹੁਤ ਵੱਡੇ ਮਾਲਕ ਦੀ ਸ਼ਰਨ ਵਿੱਚ ਆ ਕੇ ਬੈਠੇ ਹਾਂ, ਇਹ ਮਾਣ ਮਹਿਸੂਸ ਕਰਨਾ ਚਾਹੀਦਾ ਹੈ। ਪਰ ਇਹ ਕਾਹਦਾ ਮਾਣ ਕਰਨਾ? ਜਾਤੀ ਦਾ, ਅਹੁਦੇ ਦਾ, ਧਨ ਦੌਲਤ ਦਾ। ਇਸ ਲਈ ਗੁਰੂ ਸਾਹਿਬ ਜੀ ਤੋਂ ਇਹ ਉਪਦੇਸ਼ ਸੁਣ ਕੇ ਇਹਨਾਂ ਦੇ ਸ਼ੰਕੇ ਦੂਰ ਹੋਏ, ਮਾਣ ਤੋਂ ਰਹਿਤ ਹੋ ਕੇ ਕਮਾਈ ਕੀਤੀ ਤੇ ਇਹਨਾਂ ਦੀ ਕਲਿਆਣ ਹੋਈ ਹੈ। ਬੰਦੇ ਦੁਖ ਪ੍ਰਾਪਤ ਬਹੁ ਬੇਰੀ। ਕਿਉਂਕਿ ਜਿਹੜੀ ਜਾਤੀ ਦਾ ਹੰਕਾਰ ਕਰਨਾ, ਇਹ ਪੈਰਾਂ ਦੇ ਵਿੱਚ ਪਈਆਂ ਹੋਈਆਂ ਬੇੜੀਆਂ ਨੇ, ਇਹ ਜੀਵ ਦੇ ਦੁੱਖ ਵਧਾਉਂਦੀਆਂ ਨੇ ਤੇ ਬਾਰ-ਬਾਰ ਜੀਵ ਨੂੰ ਜਨਮ ਮਰਨ ਦਿੰਦੀਆਂ ਹਨ। ਬਿਨ ਗੁਰ ਕਰੁਣਾ ਛੂਟਤ ਨਾਹੀ। ਗੁਰੂ ਦੀ ਕਿਰਪਾ ਤੋਂ ਬਿਨਾਂ ਇਹ ਬੇੜੀਆਂ ਨਹੀਂ ਕੱਟੀਆਂ ਜਾਂਦੀਆਂ। ਬੱਚੇ ਪਰਹੇ ਪਰਿਵਾਰ ਨ ਮਾਹੀ। ਫਿਰ ਇਹ ਜੀਵ ਜਿਹੜੇ ਬੇੜੀਆਂ ਵਿੱਚ ਫਸੇ ਹਨ, ਬਾਰ-ਬਾਰ ਘੁੰਮ ਕੇ ਇਹ ਜਨਮ ਲੈ ਕੇ ਆਉਂਦੇ ਨੇ ਤੇ ਬਾਰ-ਬਾਰ ਪਰਿਵਾਰਾਂ ਵਿੱਚ ਫਸ ਜਾਂਦੇ ਨੇ। ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨਾ ਸਹਾਈ। ਗੁਰੂ ਦੀ ਕਿਰਪਾ ਤੋਂ ਬਿਨਾਂ ਇਹ ਬੇੜੀਆਂ ਕੱਟੀਆਂ ਨਹੀਂ ਜਾਂਦੀਆਂ, ਪਰ ਬਾਰ-ਬਾਰ ਬੇਨਤੀਆਂ ਕਰੀਦੀਆਂ ਨੇ। ਕਿਉਂਕਿ ਇਹ ਦੇਖ ਕਰਕੇ ਬੜੀ ਹੈਰਾਨੀ ਵੀ ਹੁੰਦੀ ਹੈ ਕਿ ਉਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਰੇ ਵਿਤਕਰੇ ਮਿਟਾ ਕੇ ਇੱਕ ਗੁਰੂ ਗ੍ਰੰਥ ਸਾਹਿਬ ਜੀ ਦਾ ਜਹਾਜ਼ ਤਿਆਰ ਕੀਤਾ, ਜਿਸ ਜਹਾਜ਼ ਵਿੱਚ ਸਾਰੀ ਜਾਤੀਆਂ ਵਾਲੇ ਭਗਤ ਬਿਰਾਜਮਾਨ ਹਨ। ਪਰ ਜਿਹੜਾ ਆਪਣੀ ਜਾਤ ਦਾ ਮਾਣ ਕਰਕੇ ਦੂਜੇ ਨੂੰ ਨੀਵਾਂ ਦਿਖਾ ਰਿਹਾ, ਇੱਥੋਂ ਤੱਕ ਗੁਰੂ ਘਰ ਦੇ ਜਿਹੜੇ ਹਨ ਉਹ ਵੀ ਨਾਮ ਵੱਖਰੇ ਵੱਖਰੇ ਰੱਖੇ, ਜਾਤੀਆਂ ਦੇ ਆਧਾਰ 'ਤੇ ਖੋਲ੍ਹੇ ਗਏ। ਇਹ ਬੰਦੇ ਦੀ ਅਗਿਆਨਤਾ ਹੈ। ਇਸ ਲਈ ਜਿਨ੍ਹਾਂ ਦੀ ਜਾਤੀ ਕਰਕੇ ਮਾਣ ਕਰਦੇ ਨੇ ਉਹ ਬੇੜੀਆਂ ਵਿੱਚ ਬੰਨੇ ਹਨ, ਪਰ ਗੁਰੂ ਦੀ ਕਿਰਪਾ ਤੋਂ ਬਿਨਾਂ ਇਹ ਬੰਧਨ ਨਹੀਂ ਟੁੱਟਦੇ ਤੇ ਫਿਰ ਜੀਵ ਬਾਰ-ਬਾਰ ਜਨਮ ਲੈ ਕਰਕੇ ਇਸ ਜਨਮ ਮਰਨ ਦੇ ਗੇੜ ਵਿੱਚ ਫਸਿਆ ਰਹਿੰਦਾ ਹੈ। ਦੋਹਰਾ ਟੁੱਟੇ ਜੋਧਾ ਜਾਮਦਵੈ ਸ੍ਰੀ ਅਰਜਨ ਟਿਕ ਆਈ। ਇਹ ਦੋਨੋਂ ਸਿੱਖਾਂ ਦੇ ਨਾਮ ਹਨ, ਭਾਈ ਟੁੱਟੇ ਜੋਧਾ ਤੇ ਜਾਮ ਦਵੈ। ਦੋ ਪਹਿਰ ਲੰਘੇ ਸਨ ਤੇ ਸ਼੍ਰੀ ਅਰਜਨ ਟਿਕ ਆਏ। ਦੁਪਹਿਰ ਦੇ ਸਮੇਂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਆਏ ਹਨ। ਕਰ ਬੰਧਨ ਬੈਠੇ ਤਬ ਹੈ ਬੂਝੇ ਸਹਿਜ ਸੁਭਾਏ। ਸਤਿਗੁਰੂ ਜੀ ਨੂੰ ਨਮਸਕਾਰ ਕੀਤੀ ਹੈ ਤੇ ਫਿਰ ਇਹਨਾਂ ਦੋਨਾਂ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਬੇਨਤੀ ਦੇ ਵਿੱਚ ਪ੍ਰਸ਼ਨ ਕੀਤਾ ਹੈ। ਚਾਉ ਪਈ ਸ੍ਰੀ ਗੁਰ ਇਮਹ ਕੈ ਹੁਕਮ ਹਤਮਾਰੋ। ਕਹਿਣ ਲੱਗੇ ਮਹਾਰਾਜ ਇਸ ਤਰ੍ਹਾਂ ਆਪ ਜੀ ਦਾ ਹੁਕਮ ਹੈ, ਮਨ ਇਕਾਗਰ ਕਰ ਭਜਨ ਸੁਧਾਰੋ। ਇਹ ਆਪ ਜੀ ਦਾ ਹੁਕਮ ਹੈ ਕਿ ਮਨ ਨੂੰ ਇਕਾਗਰ ਕਰਕੇ, ਮਨ ਨੂੰ ਟਿਕਾ ਕੇ ਪ੍ਰਮਾਤਮਾ ਦਾ ਭਜਨ ਕਰਨਾ ਚਾਹੀਦਾ ਹੈ, ਸਿਮਰਨ ਕਰਨਾ ਚਾਹੀਦਾ ਹੈ। ਕਰ ਹਾਰੇ ਹਮ ਅਨੇਕ ਉਪਾਏ। ਪਰ ਅਸੀਂ ਬੜੇ ਉਪਾਅ ਕੀਤੇ, ਬੜੇ ਯਤਨ ਕੀਤੇ ਹਨ, ਹਾਰ ਗਏ। ਇਹ ਮਨ ਜਿਹੜਾ ਹੈ ਇਹ ਟਿਕਦਾ ਨਹੀਂ ਹੈ। ਨਹੀਂ ਇਕਾਗਰਤਾ ਮਨ ਪਾਏ। ਇਸ ਮਨ ਦੀ ਇਕਾਗਰਤਾ ਜਿਹੜੀ ਨਹੀਂ ਬਣ ਰਹੀ। ਸੁਣ ਸਤਿਗੁਰ ਕਹਿ ਉੱਤਰ ਤਿਨ ਕੋ। ਇਹਨਾਂ ਦੀ ਬੇਨਤੀ ਸੁਣ ਕੇ ਸਤਿਗੁਰਾਂ ਨੇ ਉੱਤਰ ਦਿੱਤਾ, ਪ੍ਰਥਮ ਨਾ ਲਖੋ ਸੁਭਾਵ ਜੇ ਮਨ ਕੋ। ਮਹਾਰਾਜ ਕਹਿੰਦੇ ਪਹਿਲਾਂ ਆਪਣੇ ਮਨ ਬਾਰੇ ਨਾ ਸੋਚੋ ਕਿ ਮਨ ਦਾ ਕੀ ਸੁਭਾਅ ਹੈ। ਲਗੇ ਪਛਾਨਣ ਆਬਗਤ ਅੰਤਰ। ਬਸ ਆਪਣਾ ਜਿਹੜਾ ਅੰਤਰਮੁਖੀ ਬਿਰਤੀ ਕਰਕੇ ਜਿਹੜਾ ਨਿਜ ਸਰੂਪ ਹੈ ਨਾ ਉਹਦੀ ਪਛਾਣ ਕਰੋ। ਇਸੇ ਯਤਨ ਮਹਿ ਰਹੋ ਨਿਰੰਤਰ। ਇਸੇ ਯਤਨ ਵਿੱਚ ਹਮੇਸ਼ਾ ਰਹੋ ਕਿ ਸਾਡਾ ਨਿਜ ਸਰੂਪ ਕੀ ਹੈ। ਵਾਸਤਵ ਦੇ ਵਿੱਚ ਇਹ ਸਰੀਰ ਤਾਂ ਸਾਡਾ ਸਰੂਪ ਹੈ ਨਹੀਂ। ਸਾਡਾ ਜਿਹੜਾ ਨਿਜ ਸਰੂਪ ਹੈ, ਆਤਮਾ ਸਰੂਪ ਹੈ, ਉਸ ਆਤਮਾ ਸਰੂਪ ਦੀ ਵਿਚਾਰ ਕਰੋ। ਨਿਕਸਹਿ ਮਨ ਪੁਨ ਜੋਰ ਹੁਆਨ। ਮਹਾਰਾਜ ਕਹਿੰਦੇ ਜੇ ਮਨ ਫੇਰ ਬਾਹਰ ਨਿਕਲੇ ਨਾ ਜੁੜਨ ਦੇ ਤੇ ਯਤਨ ਕਰੋ, ਮਨ ਨੂੰ ਫੇਰ ਲਿਆ ਕੇ ਜੋੜੋ ਅਤੇ ਆਪਣੇ ਆਤਮ ਸਰੂਪ ਦੀ ਪਛਾਣ ਕਰੋ। ਪੁਨ ਪੁਨ ਰੋਕੋ ਬਨ ਸਵਧਾਨ। ਸਾਵਧਾਨ ਹੋ ਕਰਕੇ ਮਨ ਨੂੰ ਭਜਦਾ ਹੈ।
ਇਹਨੂੰ ਰੋਕੋ, ਇਹਨੂੰ ਵਸ ਦੇ ਵਿੱਚ ਕਰੋ। ਸਹਿਜ ਸੁਭਾਇਕ ਥਿਰਤਾ ਹੋਏ। ਸਹਿਜ ਸੁਭਾਅ ਇਹ ਜਿਹੜਾ ਮਨ ਹੈ ਟਿਕ ਜਾਵੇਗਾ। ਪਾਵੋ ਸ਼੍ਰੇਹ ਕਸ਼ਟ ਗਨ ਖੋਏ। ਫਿਰ ਮਹਾਰਾਜ ਕਹਿੰਦੇ ਸਾਰੇ ਕਸ਼ਟ ਨਾਸ਼ ਹੋਣਗੇ ਤੇ ਤੁਸੀਂ ਕਲਿਆਣ ਪ੍ਰਾਪਤ ਕਰੋਗੇ। ਭਾਈ ਗੁਰਦਾਸ ਜੀ ਨੇ ਵੀ ਲਿਖਿਆ, ਜਦੋਂ ਸਿੱਖਾਂ ਨੇ ਸਵਾਲ ਕੀਤਾ ਸੀ ਕਿ ਜੇ ਮਨ ਦੀ ਇਕਾਗਰਤਾ ਨਾ ਬਣੇ ਕੀ ਸੰਗਤ ਕਰਨੀ ਚਾਹੀਦੀ ਹੈ, ਕੀ ਬਾਣੀ ਪੜ੍ਹਨੀ ਚਾਹੀਦੀ, ਤੇ ਭਾਈ ਗੁਰਦਾਸ ਜੀ ਨੇ 3 ਉਦਾਹਰਨਾਂ ਦਿੱਤੀਆਂ। ਭਾਈ ਸਾਹਿਬ ਜੀ ਕਹਿਣ ਲੱਗੇ ਕਿ ਜਿਸ ਤਰ੍ਹਾਂ ਪੰਛੀ ਹਰ ਰੋਜ਼ ਚੋਗਾ ਚੁਗਣ ਵਾਸਤੇ ਬਾਹਰ ਜਾਂਦਾ ਸੀ, ਇੱਕ ਦਿਨ ਐਸਾ ਆਇਆ ਕਿ ਉਹ ਜਾਲ ਦੇ ਵਿੱਚ ਆ ਹੀ ਗਿਆ। ਜਿਹੜਾ ਭੌਰਾ ਸੀ ਉਹ ਕਮਲ ਦੇ ਫੁੱਲ ਤੇ ਰੋਜ਼ ਮੰਡਰਾਉਂਦਾ ਸੀ, ਪਰ ਇੱਕ ਦਿਨ ਐਸਾ ਹੁੰਦਾ ਹੈ ਕਿ ਸੂਰਜ ਛਿਪਣ ਤੋਂ ਬਾਅਦ ਕਮਲ ਮਿਚਦਾ ਹੈ ਤੇ ਭੌਰਾ ਵਿੱਚ ਹੀ ਸਮਾ ਜਾਂਦਾ ਹੈ। ਜਿਹੜਾ ਪਤੰਗਾ ਹੈ ਉਹ ਹਰ ਰੋਜ਼ ਦੀਵੇ ਦੀ ਲਾਟ ਤੇ ਘੁੰਮਦਾ ਸੀ, ਪਰ ਇੱਕ ਦਿਨ ਐਸਾ ਆਇਆ ਕਿ ਪਤੰਗੇ ਨੇ ਆਪਣਾ ਆਪ ਜਿਹੜਾ ਸੀ ਉਹ ਅੱਗ ਤੋਂ ਕੁਰਬਾਨ ਕੀਤਾ। ਇਸੇ ਤਰ੍ਹਾਂ ਸਿੱਖਾਂ ਨੂੰ ਕਿਹਾ ਭਾਈ ਸਾਹਿਬ ਜੀ ਨੇ ਕਿ ਤੁਸੀਂ ਸੰਗਤ ਕਰਨੀ ਨਾ ਛੱਡਿਓ, ਬਾਣੀ ਪੜ੍ਹਨੀ ਨਾ ਛੱਡਿਓ, ਕਥਾ ਕੀਰਤਨ ਸੁਣਨਾ ਨਹੀਂ ਛੱਡਣਾ। ਮਨ ਟਿਕੇ ਨਾ ਟਿਕੇ, ਇੱਕ ਦਿਨ ਐਸਾ ਆਵੇਗਾ ਜਿਸ ਤਰ੍ਹਾਂ ਪੰਛੀ ਜਾਲ ਵਿੱਚ ਫਸ ਹੀ ਗਿਆ, ਕਮਲ ਦੇ ਫੁੱਲ ਵਿੱਚ ਭੌਰਾ ਜਿਹੜਾ ਸੀ ਉਹ ਸਮਾ ਹੀ ਗਿਆ, ਪਤੰਗਾ ਦੀਵੇ ਦੀ ਲਾਟ ਤੋਂ ਕੁਰਬਾਨ ਹੋ ਹੀ ਗਿਆ। ਗੁਰਸਿੱਖਾ, ਇੱਕ ਦਿਨ ਐਸਾ ਆਵੇਗਾ ਕਿ ਤੂੰ ਵੀ ਸ਼ਬਦ ਦਾ ਅਭਿਆਸ ਕਰਦਾ ਕਰਦਾ ਇੱਕ ਦਿਨ ਸ਼ਬਦ ਵਿੱਚ ਸਮਾ ਜਾਵੇਂਗਾ। ਇਸ ਲਈ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਸਵਾਲ ਸਿੱਖਾਂ ਨੇ ਕੀਤਾ ਹੈ ਕਿ ਜੇ ਮਨ ਦੀ ਇਕਾਗਰਤਾ ਨਾ ਬਣੇ, ਯਤਨ ਬੜਾ ਕੀਤਾ ਨਹੀਂ ਸੀ ਬਣਦਾ, ਪਰ ਮਹਾਰਾਜ ਕਹਿੰਦੇ ਮਨ ਵੱਲ ਨਹੀਂ ਦੇਖਣਾ, ਆਪਣੇ ਨਿਜ ਸਰੂਪ ਦੀ ਪਛਾਣ ਕਰਨੀ। ਜੇ ਮਨ ਇੱਕ ਵਾਰੀ ਬਾਹਰ ਨਿਕਲਿਆ ਤੇ ਇਹ ਨਹੀਂ ਕਿ ਮਨ ਪਿੱਛੇ ਲੱਗ ਕੇ ਤੁਰ ਪਏ, ਫਿਰ ਤਾਂ ਮਨਮੁਖ ਕਹਾਵਾਂਗੇ। ਪੁਨः ਪੁਨः ਬਾਰ-ਬਾਰ ਇਸ ਮਨ ਨੂੰ ਰੋਕਣ ਦਾ ਯਤਨ ਕਰਨਾ ਹੈ ਤੇ ਗੁਰੂ ਦੇ ਉਪਦੇਸ਼ ਵਿੱਚ ਟਿਕਾਉਣਾ, ਸੰਗਤ ਵਿੱਚ ਟਿਕਾਉਣਾ। ਮਹਾਰਾਜ ਕਹਿੰਦੇ ਇੱਕ ਦਿਨ ਐਸਾ ਆਵੇਗਾ, ਇਕਾਗਰਤਾ ਬਣਨ ਦੇ ਨਾਲ ਸੁਖ ਦੀ ਪ੍ਰਾਪਤੀ ਹੋਵੇਗੀ ਤੇ ਅੰਤ ਤੁਹਾਡੀ ਕਲਿਆਣ ਹੋਵੇਗੀ। ਸੁਣਿਓ ਉਪਦੇਸ਼ ਯਤਨ ਤੇ ਮਠਾਨਾ। ਗੁਰੂ ਸਾਹਿਬ ਜੀ ਤੋਂ ਉਪਦੇਸ਼ ਸੁਣ ਕੇ ਇਹਨਾਂ ਗੁਰਸਿੱਖਾਂ ਨੇ ਇਸੇ ਤਰ੍ਹਾਂ ਯਤਨ ਕੀਤਾ ਹੈ, ਸੋ ਪ੍ਰਾਪਤ ਹੋਏ ਕਲਿਆਣਾ। ਅੰਤ ਇਹਨਾਂ ਦੀ ਕਲਿਆਣ ਹੋਈ ਹੈ। ਮਹਾਰਾਜ ਜੀ ਦਾ ਉਪਦੇਸ਼ ਕਮਾ ਕੇ ਅੰਤ ਨੂੰ ਇਹਨਾਂ ਨੇ ਮੁਕਤੀ ਪ੍ਰਾਪਤ ਕੀਤੀ ਹੈ। ਮੰਝ ਕੇ ਸੰਗ ਪਿਰਾਣਾ ਆਇਓ। ਹੁਣ ਇਹ ਗੁਰੂ ਕੇ ਸਿੱਖ ਜਿਹੜੇ ਨਾਮੀ ਸਿੱਖ ਨੇ, ਭਾਈ ਮੰਝ ਜੀ ਤੇ ਭਾਈ ਪਿਰਾਣਾ ਜੀ, ਇਹ ਭਾਈ ਮੰਝ ਇਹਨਾਂ ਦਾ ਨਗਰ ਦਾ ਨਾਮ ਮੰਝਕੀ ਦੇ ਰਹਿਣ ਵਾਲੇ ਸਨ, ਤੇ ਭਾਈ ਪਿਰਾਣਾ ਜੀ ਇਹ ਦੋਨੋਂ ਚੱਲ ਕੇ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆਏ ਹਨ। ਸਤਿਗੁਰ ਆਗੇ ਸੀਸ ਨਿਵਾਇਓ। ਤੇ ਇਹਨਾਂ ਦਾ ਨਾਮ ਭਾਈ ਤੀਰਥਾ ਕਰਕੇ ਵੀ ਆਉਂਦਾ ਹੈ, ਪਰ ਇੱਥੇ ਭਾਈ ਮੰਝ ਤੇ ਭਾਈ ਪਿਰਾਣਾ ਜੀ ਦਾ ਜ਼ਿਕਰ ਕਵੀ ਜੀ ਨੇ ਕੀਤਾ ਹੈ। ਕਹਿੰਦੇ ਦੋਨਾਂ ਨੇ ਆ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਦੇਹੁ ਉਪਦੇਸ਼ ਹੋਏ ਕਲਿਆਣੇ। ਇਹਨਾਂ ਦੋਨਾਂ ਨੇ ਬੇਨਤੀ ਕੀਤੀ, ਸਤਿਗੁਰੂ ਕਿਰਪਾ ਕਰੋ ਸਾਨੂੰ ਉਪਦੇਸ਼ ਦੇਵੋ ਜਿਹਦੇ ਨਾਲ ਸਾਡੀ ਕਲਿਆਣ ਹੋ ਸਕੇ, ਸਾਡਾ ਉਦਾਰ ਹੋ ਜਾਵੇ। ਸ੍ਰੀ ਮੁਖਤੀ ਸੁਭਵਾਕ ਬਖਾਨੇ। ਇਹਨਾਂ ਦੀ ਬੇਨਤੀ ਸੁਣ ਕੇ ਸਤਿਗੁਰਾਂ ਨੇ ਆਪਣੇ ਮੁਖਾਰ ਬਿੰਦ ਤੋਂ ਉਪਦੇਸ਼ ਦਿੱਤਾ ਹੈ। ਸਰਵਰ ਕੇ ਮੁਰੀਦ ਤੁਮ ਦੋ। ਮਹਾਰਾਜ ਕਹਿੰਦੇ ਤੁਸੀਂ ਦੋਨੋਂ ਤਾਂ ਸਰਵਰ ਦੇ ਮੁਰੀਦ ਹੋ, ਘਰ ਦੇ ਵਿੱਚ ਕਬਰ ਬਣਾ ਕੇ ਰੱਖੀ ਹੈ ਤੇ ਤੁਸੀਂ ਸਰਵਰ ਦੇ ਪੁਜਾਰੀ ਹੋ। ਸਿੱਖੀ ਕਠਨ ਕਮਾਏ ਨਾ ਸੋ। ਪਰ ਜਿਹੜੀ ਸਿੱਖੀ ਹੈ ਇਹ ਬਹੁਤ ਕਠਨ ਹੈ, ਇਸ ਤਰ੍ਹਾਂ ਸਿੱਖੀ ਨਹੀਂ ਕਮਾਈ ਜਾਂਦੀ। ਜਿਸ ਤਰ੍ਹਾਂ ਤੁਸੀਂ ਸੋਚਦੇ ਹੋ ਨਾ ਕਿ ਸਰਵਰ ਦੇ ਜਿਹੜੇ ਸੀ ਪੁਜਾਰੀ ਬਣ ਕੇ ਕਿਤੇ ਕਬਰਾਂ ਨੂੰ ਵੀ ਮੰਨੀ ਗਏ ਤੇ ਇੱਥੇ ਆ ਕੇ ਕਹਿ ਦਿੱਤਾ ਕਿ ਅਸੀਂ ਗੁਰੂ ਦੇ ਸਿੱਖ ਵੀ ਹਾਂ, ਤੇ ਮਹਾਰਾਜ ਕਹਿੰਦੇ ਇਸ ਤਰ੍ਹਾਂ ਗੱਲ ਨਹੀਂ ਬਣਦੀ, ਕਿਉਂਕਿ ਸਿੱਖੀ ਬੜੀ ਕਠਨ ਹੈ। ਖੰਨਿਓ ਤਿੱਖੀ ਵਾਲਹੁ ਨਿੱਕੀ ਏਤ ਮਾਰਗ ਜਾਣ। ਭਾਈ ਗੁਰਦਾਸ ਜੀ ਲਿਖਦੇ ਨੇ ਕਿ ਦੋਏ ਦਰਪਨ ਦੇਖਿਆ ਇੱਕ ਸੈ ਅਨੇਕ ਰੂਪ ਹੋਏ। ਦੇ ਦੋ ਸ਼ੀਸ਼ਿਆਂ ਵਿੱਚ ਸਰੂਪ ਦੇਖੀਏ ਨਾ ਤੇ ਇੱਕ ਤੋਂ ਅਨੇਕਾਂ ਹੀ ਸਰੂਪ ਦਿਸਦੇ ਨੇ। ਦੋਏ ਨਾਵ ਭਾਵ ਧਰੈ ਪਹੁੰਚੈ ਨਾ ਪਾਰ ਹੈ। ਦੋ ਬੇੜੀਆਂ ਵਿੱਚ ਪੈਰ ਰੱਖਣ ਵਾਲਾ ਕਦੇ ਪਾਰ ਨਹੀਂ ਹੁੰਦਾ। ਦੋਏ ਦਸ਼ਾ ਗਹੇ ਗਹਾਏ ਸੈ ਹੱਥ ਪਾਉ ਟੁੱਟੈ। ਦੋ ਪਾਸਿਓਂ ਬੰਦੇ ਨੂੰ ਬੰਨ੍ਹ ਕੇ ਖਿੱਚਿਆ ਜਾਵੇ ਤਾਂ ਹੱਥ ਪੈਰ ਹੀ ਟੁੱਟਣਗੇ। ਦੁਰਾਹੇ ਦੁਚਿੱਤ ਹੋਏ ਭੂਲ ਪਗ ਧਾਰ ਹੈ। ਦੋ ਰਸਤਿਆਂ ਤੇ ਖੜਾ ਹੋਵੇ ਤੇ ਬਾਰ-ਬਾਰ ਭੁੱਲੇਗਾ ਆਹ ਰਸਤਾ ਸਹੀ ਹੈ ਕਿ ਆਹ ਰਸਤਾ। ਦੋਏ ਭੂਪ ਤਾਕੋ ਗਾਓ ਪਰਜਾ ਨਾ ਸੁਖੀ ਹੋਤ। ਇੱਕ ਨਗਰ ਦੇ ਦੋ ਰਾਜੇ ਹੋਣ ਤੇ ਪਰਜਾ ਚੈਨ ਨਾਲ ਨਹੀਂ ਸੌ ਸਕਦੀ।
ਦੋਏ ਪੁਰਖੁਨ ਕੀ ਨਾ ਕੁਲਾ ਵਧੂ ਨਾਰ ਹੈ। ਦੋ ਇੱਕ ਪੁਰਖਾਂ ਦੀ ਇੱਕ ਇਸਤਰੀ ਕੁਲ ਵਾਲੀ ਨਹੀਂ ਕਹਾ ਸਕਦੀ। ਇੰਨੀਆਂ ਉਦਾਹਰਨਾਂ ਦੇ ਕੇ ਭਾਈ ਸਾਹਿਬ ਜੀ ਨੇ ਸਮਝਾਇਆ, ਗੁਰ ਸਿੱਖ ਹੋਏ ਆਨ ਦੇਵ ਸੇਵ ਟੇਵ ਗਹਿ। ਗੁਰੂ ਕਾ ਸਿੱਖ ਕਹਾਵੇਂ, ਹੋਰ ਦੀ ਸੇਵਾ ਵਿੱਚ ਲੱਗਾ ਹੋਵੇਂ। ਕਿਤੇ ਅੱਜ ਫਲਾਣਾ ਵਾਰ ਹੈ ਤੇ ਫਲਾਣੇ ਪੀਰ ਦੇ ਚੱਲੀਏ, ਅੱਜ ਫਲਾਣੀ ਕਬਰ ਦੇ ਤੇਲ ਪਾ ਆਈਏ, ਅੱਜ ਫਲਾਣੇ ਦੇਵਤੇ ਦਾ ਦਿਨ ਹੈ ਤੇ ਉਹਨੂੰ ਮੱਥਾ ਟੇਕ ਆਈਏ। ਭਾਈ ਗੁਰਦਾਸ ਜੀ ਕਹਿੰਦੇ ਹੋਵੇਗਾ ਕਿ ਸਹਿ ਜਮ ਡੰਡ ਤ੍ਰਿਗ ਜੀਵਨ ਸੰਸਾਰ ਹੈ। ਉਹ ਕਹਿੰਦੇ ਫਿਰ ਜਮਾਂ ਦੇ ਵਾਸੀ ਪਵੇਗਾ, ਉਹਦਾ ਕਾਰਨ ਕੀ? ਕਿਉਂਕਿ ਗੁਰੂ ਤਾਂ ਹੈ ਦਰਗਾਹ ਦਾ ਵਿਚੋਲਾ, ਤੇ ਇਹਨਾਂ ਨੇ ਕਿਰਪਾ ਕਰਨੀ ਸੀ, ਸਾਨੂੰ ਜਮਾਂ ਦੇ ਮਾਰ ਤੋਂ ਬਚਾਉਣਾ ਸੀ। ਜੇ ਕਹਿ ਦਿੱਤਾ ਗੁਰੂ ਨਾਨਕ ਸਾਹਿਬ ਮਾਰਨ ਨੂੰ ਤੇਰੇ ਆ, ਤੇ ਫਿਰ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਇਹ ਸਿਰ ਲੁਆ ਲੈਣਾ ਚੰਗਾ ਹੈ ਕਿਸੇ ਹੋਰ ਦਰ ਤੇ ਜਾ ਕੇ ਪੁਕਾਰ ਕਰਨ ਨਾਲੋਂ, ਹੋਰ ਦਰ ਤੇ ਜਾ ਕੇ ਆਪਣੀ ਝੋਲੀ ਅੱਡਣ ਨਾਲੋਂ ਚੰਗਾ ਹੈ ਕਿ ਇਹ ਸਿਰ ਹੀ ਉਤਰ ਜਾਵੇ। ਭਗਤ ਜੀ ਨੇ ਵੀ ਕਿਹਾ ਹੈ ਕਿ ਸਗੋਂ ਸ਼ਰਮ ਆਉਣੀ ਚਾਹੀਦੀ, ਇੰਨੇ ਵੱਡੇ ਮਾਲਕ ਦਾ ਦਰ ਛੱਡ ਕੇ ਕਿਸੇ ਪੱਥਰਾਂ ਤੇ ਜਾ ਕੇ ਸਿਰ ਰਗਣੇ, ਕਬਰਾਂ ਤੇ ਜਾ ਕੇ ਸਿਰ ਰਗਣੇ ਤੇ ਤੈਨੂੰ ਸ਼ੋਭਦਾ ਨਹੀਂ। ਇਸ ਲਈ ਭਾਈ ਮੰਝ ਤੇ ਭਾਈ ਪਿਰਾਣੇ ਨੂੰ ਗੁਰੂ ਅਰਜਨ ਦੇਵ ਸਾਹਿਬ ਨੇ ਬਚਨ ਹੀ ਇਹ ਕਹੇ ਸਨ। ਇਹਨਾਂ ਨੇ ਕਿਹਾ ਮਹਾਰਾਜ ਸਾਨੂੰ ਸਿੱਖੀ ਬਖਸ਼ੋ, ਤੇ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਸਿੱਖੀ ਬਹੁਤ ਕਠਨ ਹੈ। ਇਹ ਕਠਨ ਇਸ ਤਰ੍ਹਾਂ ਹੈ, ਸਰਵਰ ਕੇ ਮੁਰੀਦ ਤੁਮ ਦੋ, ਤੁਸੀਂ ਤਾਂ ਦੋਨੇ ਸਰਵਰ ਦੇ ਪੁਜਾਰੀ ਹੋ, ਉਹਦੇ ਮੁਰੀਦ ਬਣ ਕੇ ਰਹਿੰਦੇ ਹੋ, ਸੇਵਾ ਕਰਦੇ ਹੋ। ਤੇ ਫਿਰ ਗੁਰਦੇਵ ਕਹਿੰਦੇ ਸਿੱਖੀ ਕਠਨ ਕਮਾਏ ਨਾ ਸੋ। ਇਹ ਸਿੱਖੀ ਜਿਹੜੀ ਆ ਬਹੁਤ ਕਠਨ ਹੈ, ਇਸ ਤਰ੍ਹਾਂ ਨਹੀਂ ਕਮਾਈ ਜਾਵੇਗੀ। ਕਹਿਣ ਲਗੇ ਤੁਮ ਦਰਸ਼ਨ ਭਇਓ। ਇਹ ਦੋਨੋਂ ਕਹਿਣ ਲੱਗੇ, ਭਾਈ ਮੰਝ ਤੇ ਭਾਈ ਪਿਰਾਣਾ ਕਹਿਣ ਲੱਗੇ ਸਤਿਗੁਰੂ ਜੀ ਅਸੀਂ ਤੁਹਾਡੇ ਦਰਸ਼ਨ ਕੀਤੇ ਹਨ। ਤਬ ਤੇ ਹਮਰੋ ਮਨ ਫਿਰ ਗਇਓ। ਜਦੋਂ ਦੇ ਅਸੀਂ ਤੁਹਾਡੇ ਦਰਸ਼ਨ ਕੀਤੇ ਨੇ ਸਾਡਾ ਮਨ ਬਦਲ ਗਿਆ, ਸਾਨੂੰ ਚੈਨ ਮਿਲਿਆ, ਸੁੱਖ ਦੀ ਪ੍ਰਾਪਤੀ ਹੋਈ। ਅਸੀਂ ਜਿਹੜੀ ਸ਼ਾਂਤੀ ਭਾਲਦੇ ਸੀ ਨਾ, ਇਹਨਾਂ ਸਮਾਂ ਅਸੀਂ ਖਰਾਬ ਕਰ ਲਿਆ, ਹਾਲੇ ਤੱਕ ਉਹ ਸ਼ਾਂਤੀ ਨਹੀਂ ਸੀ ਮਿਲੀ ਜਿਹੜੀ ਸ਼ਾਂਤੀ ਗੁਰੂ ਅਰਜਨ ਪ੍ਰਤਾਖਰ ਤੁਹਾਡੇ ਦਰਸ਼ਨ ਕਰਕੇ ਸਾਨੂੰ ਮਿਲੀ ਹੈ। ਹਿੰਦ ਜਨਮ ਹਮ ਤੁਰਕ ਮਨਾਵੈ। ਸਾਡਾ ਜਨਮ ਜਿਹੜਾ ਹੈ ਉਹ ਅਸੀਂ ਬਰਬਾਦ ਕਰ ਰਹੇ ਹਾਂ ਤੁਰਕਾਂ ਦੀ ਸੇਵਾ ਵਿੱਚ ਲਾ ਕੇ, ਜਾਨੀ ਕਿ ਕਬਰਾਂ ਨੂੰ ਪੂਜ ਕੇ, ਸਰਵਰ ਦੇ ਪੁਜਾਰੀ ਬਣ ਕੇ। ਗਇਓ ਧਰਮ ਪਰਲੋਕ ਗਵਾਵੈ। ਸਾਡਾ ਤੇ ਧਰਮ ਵੀ ਗਿਆ ਤੇ ਪਰਲੋਕ ਦੇ ਵਿੱਚ ਵੀ ਸਾਨੂੰ ਕੋਈ ਪ੍ਰਾਪਤੀ ਨਹੀਂ ਇਹਦੀ ਹੋਵੇਗੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵਚਨ ਪੜ੍ਹਦੇ ਹਨ, ਨਾਥ ਫਿਰਿਓ ਲਈ ਸਾਤ ਸਮੁੰਦਰਨ ਲੋਕ ਗਇਓ ਪਰਲੋਕ ਗਵਾਇਓ, ਬਾਸ ਕੀਓ ਵਿਖਿਆਨ ਸੋ ਬੈਠ ਕੈ ਸਹੀ ਐਸ ਸੋ ਬੈਸ ਬਤਾਇਓ, ਸਾਜ ਕਹੋ ਸੁਨ ਲੇਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਪ੍ਰੇਮਾ ਭਗਤੀ ਕੀਤੀ ਉਹਨਾਂ ਨੇ ਹੀ ਪ੍ਰਮਾਤਮਾ ਦੀ ਪ੍ਰਾਪਤੀ ਕੀਤੀ, ਨਾ ਕਿ ਫੋਕਟ ਕਰਮ ਕਾਂਡਾਂ ਦੇ ਨਾਲ, ਨਾ ਕਿ ਕਬਰਾਂ ਦੇ ਪੁਜਾਰੀ ਬਣ ਕੇ। ਗੁਰੂ ਸਾਹਿਬ ਜੀ ਦਾ ਪਾਵਨ ਬਚਨ ਹੈ, ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜਾਓ, ਮੜਾ ਮਸਾਣ ਨਾ ਜਾਈ। ਤੇ ਗੁਰੂ ਕਲਗੀਧਰ ਸਾਹਿਬ ਜੀ ਦੇ ਬਚਨ ਇਹ ਵੀ ਪੜ੍ਹਦੇ ਹਾਂ ਕਿ ਮਹਾਰਾਜ ਕਹਿੰਦੇ ਹਨ ਕਿ ਇਹਨਾਂ ਨੂੰ ਤਾਂ ਸਿੱਖ ਨੇ ਭੁੱਲ ਕੇ ਵੀ ਨਹੀਂ ਮੰਨਣਾ। ਜਿੱਥੇ ਗੁਰੂ ਸਾਹਿਬ ਜੀ ਨੇ ਖਾਲਸੇ ਦੀ ਮਹਿਮਾ ਲਿਖੀ ਹੈ, ਖਾਲਸੇ ਦੀ ਉਦਾਹਰਨ ਦਿੱਤੀ ਹੈ, ਤੇ ਉੱਥੇ ਗੁਰੂ ਕਲਗੀਧਰ ਸਾਹਿਬ ਜੀ ਨੇ ਇਹ ਬਚਨ ਕਹੇ ਨੇ, ਜਾਗਤ ਜੋਤ ਜਪੈ ਨਿਸਬਾਸੁਰ, ਏਕ ਬਿਨਾ ਮਨ ਨੈਕ ਨਾਨੈ, ਪੂਰਨ ਪ੍ਰੇਮ ਪ੍ਰਤੀਤ ਸਜਾ ਬ੍ਰਤ ਗੋਰ ਮੜੀ ਮਟ ਭੂਲ ਨਾ ਮਨ। ਸਿੱਖ ਨੇ ਤਾਂ ਭੁੱਲ ਕੇ ਵੀ ਮੜੀ ਮਟ ਨੂੰ ਨਹੀਂ ਮੰਨਣਾ। ਇਸ ਲਈ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕਿਹਾ, ਮਹਾਰਾਜ ਕਹਿੰਦੇ ਸਰਵਰ ਦੇ ਪੁਜਾਰੀ ਬਣੇ ਹੋ, ਕਬਰਾਂ ਨੂੰ ਪੂਜ ਰਹੇ ਹੋ, ਪੱਥਰ ਪੂਜ ਕੇ ਹਿਰਦੇ ਵੀ ਪੱਥਰ ਹੋਏ ਪਏ ਨੇ। ਮਹਾਰਾਜ ਕਹਿੰਦੇ ਇਹ ਨਾਮ ਤਾਂ ਵਸਦਾ ਹੈ ਜੇ ਹਿਰਦਾ ਜਿਹੜਾ ਹੈ ਉਹ ਪ੍ਰੇਮ ਦੇ ਨਾਲ ਭਰਿਆ ਹੋਵੇ, ਜੇ ਹਿਰਦਾ ਕੋਮਲ ਹੋਵੇ। ਜਿਹਦਾ ਹਿਰਦਾ ਕੋਮਲ ਹੈ ਉਹੀ ਦੂਜੇ ਦੀ ਦਰਦ ਨੂੰ ਪਛਾਣੇਗਾ ਤੇ ਪਿਆਰ ਦੀ ਪਰਿਭਾਸ਼ਾ ਵੀ ਉਹੀ ਜਾਣੇਗਾ। ਤੇ ਜਿਹਦਾ ਅੰਦਰ ਹੀ ਪੱਥਰ ਬਣਿਆ ਪਿਆ ਹੈ ਉਹਨੇ ਕਿਸੇ ਦੀ ਪੀੜਾ ਨੂੰ ਕੀ ਮਹਿਸੂਸ ਕਰਨਾ, ਤੇ ਫਿਰ ਉਹਨੂੰ ਪ੍ਰੇਮ ਦੀ ਵੀ ਖੇਡ ਦਾ ਕੋਈ ਪਤਾ ਨਹੀਂ। ਉਹ ਕੇਵਲ ਸਵਾਰਥੀ ਰਹਿ ਕੇ ਆਪਣਾ ਜੀਵਨ ਬਤੀਤ ਕਰ ਲੈਂਦਾ। ਇਸ ਲਈ ਮਹਾਰਾਜ ਕਹਿੰਦੇ ਤੁਸੀਂ ਆਪਣਾ ਜਨਮ ਤਾਂ ਖਰਾਬ ਕਰ ਰਹੇ ਹੋ, ਸਿੱਖੀ ਤਾਂ ਬਹੁਤ ਕਠਨ ਹੈ ਤੇ ਇਸ ਤਰ੍ਹਾਂ ਸਿੱਖੀ ਨਹੀਂ ਮਿਲਦੀ। ਇਹਨਾਂ ਨੇ ਕਿਹਾ ਮਹਾਰਾਜ ਜਦੋਂ ਦੇ ਤੁਹਾਡੇ ਦਰਸ਼ਨ ਹੋਏ ਨੇ ਸਾਡਾ ਜਿਹੜਾ ਮਨ ਹੈ ਉਹ ਫਿਰ ਗਿਆ ਹੈ। ਗਇਓ ਧਰਮ ਪਰਲੋਕ ਗਵਾਵੈ। ਹਾਂ, ਇਹ ਤਾਂ ਜਿਹੜਾ ਧਰਮ ਸੀ ਉਹ ਵੀ ਇੱਥੇ ਜਾ ਰਿਹਾ, ਕਿਉਂਕਿ ਪੱਥਰਾਂ ਨੂੰ ਪੂਜ ਕੇ ਅਸੀਂ ਧਰਮ ਨਹੀਂ ਕਮਾ ਰਹੇ, ਧਰਮ ਹੀ ਨਹੀਂ ਕਹਾ ਸਕਦੇ, ਤੇ ਫਿਰ ਸਾਡਾ ਪਰਲੋਕ ਜਿਹੜਾ ਹੈ
ਉਹ ਵੀ ਨਾਸ਼ ਹੋ ਰਿਹਾ ਹੈ। ਸੁਣ ਗੁਰ ਕਹਿਓ ਜਾਹੋ ਨਿਜ ਧਾਮ। ਸੁਣ ਕੇ ਗੁਰੂ ਸਾਹਿਬ ਜੀ ਨੇ ਇਹਨਾਂ ਦੀ ਬੇਨਤੀ ਤੇ ਫਿਰ ਮਹਾਰਾਜ ਨੇ ਕਿਹਾ ਜਾਓ ਆਪਣੇ ਘਰ। ਪ੍ਰਥਮ ਢਾਹੋ ਸੁਲਤਾਨ ਮੁਕਾਮ। ਸਭ ਤੋਂ ਪਹਿਲਾਂ ਜਿਹੜਾ ਘਰ ਵਿੱਚ ਸੁਲਤਾਨ ਦਾ ਮੁਕਾਮ ਟਿਕਾਣਾ ਬਣਾਇਆ ਹੈ, ਜਿਹੜੀ ਘਰ ਵਿੱਚ ਕਬਰ ਬਣਾਈ ਹੋਈ ਹੈ, ਪਹਿਲਾਂ ਜਾ ਕੇ ਉਹ ਕਬਰ ਢਾਓ। ਕਈ ਵਾਰੀ ਦੇਖਿਆ ਹੈ ਕਿ ਜਿੱਥੇ ਗੁਰੂ ਘਰ ਹਨ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਨੇ, ਪਹਿਲੇ ਸਮਿਆਂ ਵਿੱਚ ਤਾਂ ਬਹੁਤ ਜ਼ਿਆਦਾ ਸੀ, ਉੱਥੇ ਕੋਈ ਕਬਰਾਂ ਵੀ ਸਨ। ਤੇ ਕਈ ਲੋਕ ਆਉਂਦਿਆਂ ਦੇਖੇ ਕਿ ਮਹਾਰਾਜ ਦੀ ਹਜ਼ੂਰੀ 'ਚ ਉਹਨਾਂ ਬਾਅਦ ਵਿੱਚ ਜਾਣਾ ਤੇ ਪਹਿਲਾਂ ਕਬਰ ਵੱਲ ਹੋ ਕੇ ਆਉਣਾ, ਕਿਉਂਕਿ ਪੀਰ ਤੋਂ ਡਰ ਬਹੁਤਾ ਲੱਗਦਾ ਹੈ ਨਾ। ਪਰ ਭਾਈ ਗੁਰਦਾਸ ਜੀ ਨੇ ਕਿਹਾ ਜਾ ਹਰ ਪੀਰ ਜਗਤ ਗੁਰ ਬਾਬਾ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਬਚਨ ਹਨ, ਸਭ ਤੇ ਵੱਡਾ ਸਤਿਗੁਰ ਨਾਨਕ। ਤੇ ਜੇ ਆ ਕੇ ਸ਼ੇਰ ਦੀ ਸ਼ਰਨ 'ਚ ਬੈਠ ਜਾਈਏ ਨਾ, ਤੇ ਫਿਰ ਹੋਰ ਕਿਸੇ ਜਾਨਵਰਾਂ ਦਾ ਡਰ ਨਹੀਂ ਰਹਿ ਜਾਂਦਾ। ਇਸ ਲਈ ਜੇ ਏਡੇ ਵੱਡੇ ਮਾਲਕ ਕੋਲ ਬੈਠੇ ਹੋਈਏ, ਰਾਜੇ ਕੋਲ ਬੈਠੀਏ, ਫਿਰ ਛੋਟੇ ਮੰਤਰੀ ਵਜ਼ੀਰਾਂ ਤੋਂ ਡਰ ਕਾਹਦਾ ਰੱਖਣਾ। ਇਸ ਕਰਕੇ ਗੁਰੂ ਸਾਹਿਬ ਜੀ ਦਾ ਬਚਨ ਮੰਨ ਕੇ ਭਾਈ ਮੰਝ ਤੇ ਭਾਈ ਪਿਰਾਣਾ ਗਏ ਨੇ। ਇਹਨਾਂ ਨੇ ਜਾ ਕਰਕੇ ਜਿਹੜੀਆਂ ਘਰ ਵਿੱਚ ਕਬਰਾਂ ਬਣੀਆਂ ਸੀ ਢਾਹ ਦਿੱਤੀਆਂ, ਕਿਉਂਕਿ ਉਹਦੇ ਤੋਂ ਕੋਈ ਉਪਦੇਸ਼ ਨਹੀਂ ਮਿਲ ਰਿਹਾ। ਤੇ ਸਿੱਖ ਤਾਂ ਜਿਹੜਾ ਹੈ ਉਹ ਜਾਗਤ ਜੋਤ ਦਾ ਉਪਾਸ਼ਕ ਹੈ, ਜਿੱਥੇ ਉਪਦੇਸ਼ ਮਿਲਦਾ ਹੈ, ਜਿੱਥੇ ਜੀਵਨ ਕਮਾਉਣ ਵਾਸਤੇ ਸਾਨੂੰ ਸਿੱਖਿਆ ਮਿਲਦੀ, ਉਸ ਗੁਰੂ ਸ਼ਬਦ ਗੁਰੂ ਦਾ ਉਪਾਸ਼ਕ ਹੈ। ਇਸ ਕਰਕੇ ਨਾ ਪਾਥਰ ਬੋਲੇ ਨਾ ਕਛ ਦੇ, ਫੋਕਟ ਕਰਮ ਨੇ ਫਲੈ ਸੇਵ। ਜਾ ਕੇ ਇਹਨਾਂ ਨੇ ਕਬਰਾਂ ਜਿਹੜੀਆਂ ਸੀ ਉਹ ਢਾਹ ਦਿੱਤੀਆਂ। ਪੁਨ ਆਵੋ ਹਮ ਸਿੱਖ ਬਣਾਵੈ। ਫਿਰ ਮਹਾਰਾਜ ਨੇ ਇਹ ਬਚਨ ਜਿਹੜਾ ਕਿਹਾ ਕਿ ਪਹਿਲਾਂ ਘਰ ਵਿੱਚੋਂ ਕਬਰ ਢਾਵੋ ਤੇ ਫਿਰ ਆ ਕੇ ਸਿੱਖੀ ਪ੍ਰਾਪਤ ਕਰਿਓ। ਸ਼ੁਭ ਆਪਣੋ ਉਪਦੇਸ਼ ਬਤਾਵੈ। ਫਿਰ ਮਹਾਰਾਜ ਕਹਿੰਦੇ ਕੀਮਤੀ ਉਪਦੇਸ਼, ਸਿੱਖੀ ਕਮਾਉਣੀ ਕਿਸ ਤਰ੍ਹਾਂ ਹੈ, ਇਹ ਉਪਦੇਸ਼ ਤੁਹਾਨੂੰ ਦੇਵਾਂਗੇ। ਸੁਣਤ ਜਾਏ ਤਿਸ ਥਾਨ ਬਿਦਾਰਾ। ਮਹਾਰਾਜ ਜੀ ਦਾ ਬਚਨ ਮੰਨ ਕੇ ਭਾਈ ਮੰਝ ਨੇ ਜਾ ਕੇ ਜਿਹੜੀ ਕਬਰ ਘਰ ਵਿੱਚ ਬਣੀ ਸੀ ਢਾਹ ਦਿੱਤੀ ਹੈ। ਗੁਰ ਟਿਕਿਆਏ ਪ੍ਰਸੰਗ ਉਚਾਰਾ। ਗੁਰੂ ਸਾਹਿਬ ਜੀ ਦੇ ਕੋਲ ਆ ਕੇ ਸਾਰੀ ਗੱਲਬਾਤ ਇਹਨਾਂ ਨੇ ਦੱਸੀ ਹੈ। ਸਿਰ ਮੁਖ ਤੇ ਸੇਵਾ ਫਰਮਾਈ। ਸਤਿਗੁਰੂ ਜੀ ਨੇ ਫਿਰ ਆਪਣੇ ਮੁਖਾਰ ਬਿੰਦ ਤੋਂ ਇਹਨਾਂ ਨੂੰ ਸੇਵਾ ਬਖਸ਼ੀ ਹੈ। ਮੰਝ ਵਹਿਰ ਤੇ ਈਂਧਣ ਲਿਆਏ। ਭਾਈ ਮੰਝ ਜੀ ਨੂੰ ਗੁਰੂ ਸਾਹਿਬ ਜੀ ਨੇ ਲੱਕੜਾਂ ਲਿਆਉਣ ਦੀ ਸੇਵਾ ਦਿੱਤੀ ਹੈ। ਤੂੰ ਚੁੱਲ੍ਹੇ ਝੋਕਣ ਪਰ ਰਹੋ। ਭਾਈ ਪਿਰਾਣੇ ਜੀ ਨੂੰ ਕਿਹਾ ਕਿ ਤੂੰ ਚੁੱਲ੍ਹਾ ਬਾਲਣ ਦੇ ਵਿੱਚ ਰਹਿ, ਇੱਥੇ ਰਹਿ ਕੇ ਤੂੰ ਚੁੱਲ੍ਹਾ ਜਿਹੜਾ ਹੈ ਉਹ ਬਾਲਣਾ ਹੈ। ਇਹ ਸਿੱਖਣ ਕੀ ਸੇਵਾ ਲਹੋ। ਇਹ ਸਿੱਖਾਂ ਦੀ ਸੇਵਾ ਦੇ ਵਿੱਚ ਹਮੇਸ਼ਾ ਤਿਆਰ ਬਰ ਤਿਆਰ ਰਹਿਣਾ ਹੈ। ਅੰਤਹਿ ਕਰਨ ਸ਼ੁੱਧ ਹੋਏ ਜਬੈ। ਜਦੋਂ ਅੰਤਸ਼ਕਰਨ ਪਵਿੱਤਰ ਹੋਏਗਾ, ਹਮ ਉਪਦੇਸ਼ ਬਤਾਵਹਿ ਤਬੈ। ਫਿਰ ਮਹਾਰਾਜ ਕਹਿੰਦੇ ਤੁਹਾਨੂੰ ਉਪਦੇਸ਼ ਦੇਵਾਂਗੇ। ਨਿਤ ਗੁਰ ਸ਼ਬਦ ਸੁਨੋ ਮਨ ਲਾਏ। ਆਪਣਾ ਮਨ ਲਾ ਕੇ ਗੁਰੂ ਦਾ ਸ਼ਬਦ ਸੁਣੋ। ਕਥਾ ਕੀਰਤਨ ਹੋਏ ਜਿਸ ਥਾਏ। ਜਿਸ ਥਾਂ ਦੇ ਉੱਤੇ ਕਥਾ ਕੀਰਤਨ ਦਾ ਪ੍ਰਵਾਹ ਚੱਲਦਾ ਹੈ, ਸਿੱਖ ਝੂਠੇ ਬਾਸਨ ਜੋਏ। ਜਿਹੜੇ ਸਿੱਖਾਂ ਦੇ ਝੂਠੇ ਬਰਤਨ ਹਨ, ਕਰੋ ਪਖਾਰਨ ਮਾਂਜਣ ਸੋਏ। ਉਹਨਾਂ ਨੂੰ ਧੋਵੋ ਮਾਂਜੋ, ਇਹ ਸੇਵਾ ਕਰੋ। ਸੁਣ ਕਰ ਸੇਵ ਲਗੇ ਹਰ ਖਾਏ। ਸੁਣ ਕੇ ਬੜੇ ਪ੍ਰਸੰਨ ਹੋਏ ਤੇ ਸੇਵਾ ਵਿੱਚ ਲੱਗ ਗਏ। ਚਿਰੰਕਾਲ ਗੁਰ ਸੰਗਤ ਪਾਏ। ਇਸ ਤਰ੍ਹਾਂ ਲੰਮਾ ਸਮਾਂ ਇਹਨਾਂ ਨੇ ਸੇਵਾਵਾਂ ਕੀਤੀਆਂ ਹਨ। ਭਇਓ ਪਿਰਾਣਾ ਸਿੱਧ ਵਿਸਾਲਾ। ਸੇਵਾ ਕਰਕੇ ਭਾਈ ਪਿਰਾਣਾ ਜੀ ਵੱਡੇ ਸਿੱਧ ਬਣੇ ਹਨ। ਬ੍ਰਹਮ ਗਿਆਨ ਲਹਿ ਸਦਾ ਸੁਖਾਲਾ। ਸੁਖਾਲਾ ਜਿਹੜਾ ਸੀ ਬ੍ਰਹਮ ਗਿਆਨ ਇਹਨਾਂ ਨੂੰ ਪ੍ਰਾਪਤ ਹੋਇਆ। ਅੰਤ ਪ੍ਰਯੰਤ ਰਹਿਓ ਗੁਰ ਧੀਰ। ਅੰਤਲੇ ਸਮੇਂ ਤੱਕ ਗੁਰੂ ਸਾਹਿਬ ਜੀ ਦੇ ਕੋਲ ਰਹੇ। ਸੇਵੇ ਸ੍ਰੀ ਹਰਗੋਬਿੰਦ ਧੀਰ। ਫਿਰ ਇਹਨੇ ਧੀਰਜਵਾਨ ਸਨ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੇਵਾ ਵਿੱਚ ਵੀ ਹਾਜ਼ਰ ਰਹੇ। ਭਾਈ ਪਿਰਾਣਾ ਜੀ ਜਦੋਂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਨ, ਉਹਨਾਂ ਦੀ ਸੇਵਾ ਕਮਾਈ। ਤੇ ਫਿਰ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸੱਚਖੰਡ ਜਾਣ ਤੋਂ ਬਾਅਦ ਭਾਈ ਪਿਰਾਣਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੇਵਾ ਵਿੱਚ ਵੀ ਹਾਜ਼ਰ ਰਹੇ। ਇਹ ਉਪਦੇਸ਼ ਗੁਰੂ ਸਾਹਿਬ ਜੀ ਨੇ ਇਹਨਾਂ ਨੂੰ ਦਿੱਤਾ। ਇਹਨਾਂ ਨੇ ਆ ਕੇ ਕਿਹਾ ਮਹਾਰਾਜ ਸਾਨੂੰ ਸਿੱਖੀ ਬਖਸ਼ੋ। ਤੇ ਸਿੱਖੀ ਮਿਲਦੀ ਕਿਸ ਤਰ੍ਹਾਂ ਹੈ, ਸਾਧ ਸੰਗਤ ਇਹਨਾਂ ਦੇ ਜੀਵਨ ਤੋਂ ਆਪਾਂ ਸਮਝ ਸਕਦੇ ਹਾਂ ਕਿ ਸਿੱਖ ਦਾ ਨਿਸ਼ਚਾ ਕੇਵਲ ਤਾਂ ਕੇਵਲ ਇੱਕ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸਿੱਖਿਆ ਦੇ ਉੱਤੇ, ਦਸਾਂ ਸਰੂਪਾਂ ਦੇ ਉੱਤੇ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉੱਪਰ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਪਰ ਇਹ ਭਰੋਸਾ ਰੱਖਣਾ। ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਹਿ ਦਿੱਤਾ ਕਿ ਥੋੜ੍ਹੇ ਮਾਤਰ ਵੀ ਕਿਸੇ ਹੋਰ ਦੇ ਉਪਾਸ਼ਕ ਨਹੀਂ ਬਣਨਾ। ਉਹ ਸਿੱਖ ਹੈ ਜਿਹੜਾ ਕੇਵਲ ਤਾਂ ਕੇਵਲ ਆਪਣਾ ਵਿਸ਼ਵਾਸ ਭਰੋਸਾ
ਗੁਰੂ ਨਾਨਕ ਸਾਹਿਬ ਜੀ ਉੱਪਰ ਰੱਖਦਾ ਹੈ। ਫਿਰ ਮਹਾਰਾਜ ਜੀ ਦਾ ਬਚਨ ਮੰਨ ਕੇ ਕਬਰ ਢਾਹ ਕੇ ਵਾਪਸ ਆਏ। ਗੁਰੂ ਸਾਹਿਬ ਜੀ ਨੇ ਇਹਨਾਂ ਨੂੰ ਲੰਗਰਾਂ ਦੀਆਂ ਸੇਵਾਵਾਂ ਦਿੱਤੀਆਂ ਨੇ। ਸੇਵਾ ਕਰਦਿਆਂ ਕਰਦਿਆਂ ਅੰਤਸ਼ਕਰਨ ਪਵਿੱਤਰ ਹੋਇਆ, ਕਿਉਂਕਿ ਸੇਵਾ ਦੇ ਨਾਲ ਮਨ ਦੀ ਸ਼ੁੱਧੀ ਹੁੰਦੀ, ਮਨ ਪਵਿੱਤਰ ਹੁੰਦਾ ਹੈ। ਜਦੋਂ ਸੇਵਾ ਕਰਕੇ ਮਨ ਪਵਿੱਤਰ ਹੋਇਆ, ਹਿਰਦਾ ਪਵਿੱਤਰ ਹੋਇਆ, ਫਿਰ ਗੁਰੂ ਸਾਹਿਬ ਜੀ ਨੇ ਇਹਨਾਂ ਨੂੰ ਉਪਦੇਸ਼ ਦਿੱਤਾ ਹੈ ਕਿ ਇਹ ਉਪਦੇਸ਼ ਕਮਾਵੋ। ਇਸ ਤਰ੍ਹਾਂ ਇਹ ਸਿੱਖ ਬਣੇ ਹਨ। ਅੱਜ ਤੇ ਆਪਾਂ ਝਟ ਕਹਿ ਲੈਂਦੇ ਹਾਂ ਨਾ ਕਿ ਆਪਾਂ ਸਿੱਖ ਹਾਂ, ਤੇ ਜਿੱਥੇ ਜੀ ਕੀਤਾ ਉੱਥੇ ਜਾ ਕੇ ਸਿਰ ਝੁਕਾ ਦਿੱਤਾ। ਨਾ ਸੇਵਾ ਲਈ ਸਮਾਂ, ਨਾ ਸੰਗਤ ਕਰਨ ਲਈ, ਤੇ ਨਾ ਸਿਮਰਨ ਲਈ। ਹਾਂ, ਕੇਵਲ ਨਾਮ ਦੇ ਸਿੱਖ ਜ਼ਰੂਰ ਹਾਂ। ਇੱਥੇ ਭਾਈ ਪ੍ਰਾਣਾ ਜੀ ਨੇ ਸੇਵਾ ਕੀਤੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਸਮੇਂ। ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੇਵਾ ਦੇ ਵਿੱਚ ਵੀ ਹਾਜ਼ਰ ਰਹੇ ਹਨ। ਕਥਾ ਮੰਝ ਕੀ ਅਪਰ ਸਥਾਨ। ਭਾਈ ਸਾਹਿਬ ਜੀ ਕਹਿੰਦੇ ਨੇ ਭਾਈ ਮੰਝ ਜੀ ਦੀ ਜਿਹੜੀ ਕਥਾ ਹੈ ਉਹ ਹੋਰ ਜਿਹੜੀ ਥਾਂ ਦੇ ਉੱਤੇ ਲਿਖੀ ਹੈ। ਵਰਣਨ ਕਰੇ ਸੁਨੋ ਸਿੱਖ ਕਾਣ। ਸਿੱਖੋ ਉੱਥੇ ਵਰਣਨ ਕੀਤੀ ਹੈ ਤੇ ਆਪ ਜੀ ਉੱਥੋਂ ਸਰਵਣ ਕਰਿਓ। ਭਾਈ ਮੰਝ ਜੀ, ਇਹਨਾਂ ਦਾ ਵੀ ਆਪਾਂ ਜੀਵਨ ਪੜ੍ਹਦੇ ਹਾਂ। ਗੁਰੂ ਸਾਹਿਬ ਦਾ ਬਚਨ ਮੰਨ ਕੇ ਆਪਣੇ ਨਗਰ ਨੂੰ ਚਲੇ ਗਏ, ਜਾ ਕੇ ਕਬਰ ਢਾਹ ਦਿੱਤੀ। ਜਿਹੜੇ ਨਗਰ ਦੇ ਲੋਕ ਸਨ ਉਹਨਾਂ ਨੇ ਇਸ ਗੱਲ ਦਾ ਬੜਾ ਬੁਰਾ ਮਨਾਇਆ, ਤੇ ਭਾਈ ਸਾਹਿਬ ਜੀ ਚੌਧਰੀ ਸਨ ਨਗਰ ਦੇ, ਕਹਿਣ ਲੱਗੇ ਅੱਜ ਤੋਂ ਬਾਅਦ ਤੁਸੀਂ ਸਾਡੇ ਚੌਧਰੀ ਨਹੀਂ। ਭਾਈ ਮੰਝ ਜੀ ਬੜੇ ਪ੍ਰਸੰਨ ਹੋਏ। ਸੇਵਾ ਕਰਦਿਆਂ ਕਰਦਿਆਂ ਭਾਵੇਂ ਸਾਰਾ ਕੁਝ ਘਰ ਦਾ ਚਲਾ ਗਿਆ, ਫਿਰ ਵੀ ਆਪਣਾ ਜਿਹੜਾ ਭਰੋਸਾ ਸੀ ਅਡੋਲ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਵਿੱਚ ਟਿਕਾ ਕੇ ਰੱਖਿਆ। ਪਹਿਲੀ ਵਾਰੀ ਗੁਰੂ ਸਾਹਿਬ ਨੇ ਚਿੱਠੀ ਭੇਜੀ, 20 ਰੁਪਈਏ ਦੀ ਮੰਗ ਹੋਈ। ਉਸ ਵੇਲੇ ਭਾਈ ਮੰਝ ਜੀ ਨੇ ਛੇਤੀ ਦੇ ਨਾਲ ਜਾ ਕੇ ਜੋ ਕੁਝ ਘਰ ਵਿੱਚ ਸੀ ਉਹ ਸਾਰਾ ਕੁਝ ਵੇਚ ਕੇ ਤੇ ਪੈਸੇ ਦਿੱਤੇ ਤੇ ਹੁਕਮਨਾਮਾ ਸਿੱਖ ਤੋਂ ਲਿਆ। ਦੂਜੀ ਵਾਰੀ ਫਿਰ ਚਿੱਠੀ ਆਈ। ਆਪਣੀ ਘਰਵਾਲੀ ਤੇ ਧੀ ਨੂੰ ਸ਼ਾਹੂਕਾਰ ਦੇ ਪਾਸ ਨੌਕਰ ਰੱਖ ਕੇ ਉਹਦੇ ਕੋਲੋਂ ਪੈਸੇ ਲੈ ਕੇ ਸਿੱਖ ਨੂੰ ਦਿੱਤੇ, ਪਰ ਉਦੋਂ ਨੇਤਰ ਭਰੇ। ਸਿੱਖ ਨੇ ਕਿਹਾ ਸੀ ਕਿ ਪੈਸੇ ਦੇਣ ਦਾ ਦੁੱਖ ਹੈ। ਭਾਈ ਮੰਝ ਜੀ ਕਹਿੰਦੇ ਨਹੀਂ, ਦੁੱਖ ਇਸ ਗੱਲ ਦਾ, ਸੁੱਖ ਹੰਝੂ ਇਸ ਗੱਲ ਦੇ ਹਨ ਕਿ ਮੈਨੂੰ ਖੁਸ਼ੀ ਹੈ ਕਿ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੰਨੇ ਸਿੱਖ ਗੁਰੂ ਸਾਹਿਬ ਦੇ ਕੋਲ ਨੇ, ਧਨਾੜ ਸਿੱਖ ਕੋਲ ਨੇ, ਪਰ ਇਸ ਗਰੀਬ ਨੂੰ ਗੁਰੂ ਨੇ ਯਾਦ ਰੱਖਿਆ। ਮੈਂ ਇਸ ਗੱਲ ਤੋਂ ਬਹੁਤ ਪ੍ਰਸੰਨ। ਫਿਰ ਗੁਰੂ ਅਰਜਨ ਦੇਵ ਸਾਹਿਬ ਨੇ ਚਿੱਠੀ ਭੇਜ ਕੇ ਭਾਈ ਮੰਝ ਨੂੰ ਕੋਲ ਬੁਲਾਇਆ ਅਤੇ ਕੋਲ ਬੁਲਾ ਕੇ ਸਤਿਗੁਰਾਂ ਨੇ ਲੱਕੜਾਂ ਦੀ ਸੇਵਾ ਦਿੱਤੀ। ਭਾਈ ਮੰਝ ਜੀ ਜੰਗਲ ਵਿੱਚੋਂ ਜਾ ਕੇ ਲੱਕੜਾਂ ਲਿਆਂਦੇ ਰਹੇ। ਫਿਰ ਗੁਰੂ ਸਾਹਿਬ ਨੇ ਲਾਂਗਰੀ ਤੋਂ ਪੁੱਛਿਆ ਪ੍ਰਸ਼ਾਦਾ ਕਿੱਥੇ ਛਕਦੇ? ਉਹ ਲਾਂਗਰੀ ਕਹਿੰਦਾ ਲੰਗਰ 'ਚ। ਤੇ ਮਹਾਰਾਜ ਨੇ ਕਿਹਾ ਇੱਥੇ ਮਜ਼ਦੂਰੀ ਕਰਨ ਆਏ ਨੇ। ਤੇ ਉਸ ਵੇਲੇ ਭਾਈ ਮੰਝ ਦੇ ਕੰਨੀ ਇਹ ਖਬਰ ਪਈ, ਇਹ ਗੁਰੂ ਸਾਹਿਬ ਜੀ ਦਾ ਬਚਨ ਪਿਆ। ਤੇ 2 ਪੰਡਾਂ ਲੱਕੜਾਂ ਦੀਆਂ ਜੰਗਲ 'ਚੋਂ ਲਿਆਉਣੀਆਂ ਸ਼ੁਰੂ ਕੀਤੀਆਂ। ਇੱਕ ਵੇਚ ਦੇਣੀ ਤੇ ਇੱਕ ਲੰਗਰਾਂ ਵਿੱਚ ਦੇ ਦੇਣੀ। ਵੇਚੀ ਹੋਈ ਪੰਡ ਦਾ ਲੰਗਰ ਤਿਆਰ ਕਰਕੇ ਆਪ ਆਪਣੇ ਹੱਥੀਂ ਛਕਣਾ। ਇਸ ਤਰ੍ਹਾਂ ਸੇਵਾ ਕਰਦਿਆਂ ਕਰਦਿਆਂ ਜਦੋਂ ਲੱਕੜਾਂ ਲਿਆ ਰਹੇ ਸਨ, ਹਨੇਰੀ ਚੱਲੀ, ਖੂਹ ਵਿੱਚ ਡਿੱਗਦੇ ਨੇ। ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਖਬਰ ਮਿਲਦੀ, ਇਸ ਮੰਜੀ ਸਾਹਿਬ ਵਾਲੇ ਅਸਥਾਨ ਤੇ ਸਤਿਗੁਰੂ ਬਿਰਾਜਮਾਨ ਸਨ। ਇੱਥੋਂ ਫਿਰ ਮਹਾਰਾਜ ਨੰਗੇ ਚਰਨੀ, ਜਿੱਥੇ ਅੱਜ ਖੂਹ ਭਾਈ ਮੰਝ ਹੈ, ਉਧਰ ਨੂੰ ਮਹਾਰਾਜ ਦੌੜੇ ਹਨ ਅਤੇ ਜਾ ਕੇ ਰੱਸਾ ਲਮਕਾਇਆ ਖੂਹ 'ਚ ਤੇ ਕਿਹਾ ਮੰਝ ਰੱਸਾ ਫੜ ਕੇ ਬਾਹਰ ਆ। ਪਰ ਭਾਈ ਮੰਝ ਨੇ ਪਹਿਲਾਂ ਲੱਕੜਾਂ ਬਾਹਰ ਕਢਾਈਆਂ, ਫਿਰ ਆਪ ਬਾਹਰ ਆਏ ਤੇ ਗੁਰੂ ਅਰਜਨ ਦੇਵ ਸਾਹਿਬ ਨੇ ਗਲ ਦੇ ਨਾਲ ਲਾ ਕੇ ਕਿਹਾ ਕਿ ਮੰਗ ਕੀ ਮੰਗਦਾ ਹੈ? ਤੇ ਹੱਥ ਜੋੜ ਕੇ ਉਹ ਬੇਨਤੀ ਕੀਤੀ, ਸਤਿਗੁਰੂ ਕਲਯੁਗ ਦਾ ਬੜਾ ਭਿਆਨਕ ਸਮਾਂ ਹੈ, ਮਹਾਰਾਜ ਐਸੀ ਕਸੌਟੀ ਹੁਣ ਸਿੱਖਾਂ ਤੇ ਨਾ ਲਾਇਓ, ਕਿਉਂਕਿ ਪਤਾ ਨਹੀਂ ਕਦੋਂ ਡੋਲ ਜਾਣ। ਤੇ ਗੁਰੂ ਅਰਜਨ ਦੇਵ ਸਾਹਿਬ ਨੇ ਫਿਰ ਪ੍ਰਸੰਨ ਹੋ ਕੇ ਗਲ ਦੇ ਨਾਲ ਲਾ ਕੇ ਭਾਈ ਮੰਝ ਨੂੰ ਬਚਨ ਕੀਤੇ, ਮੰਝ ਪਿਆਰਾ ਗੁਰੂ ਨੂੰ, ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿ ਥਾ ਜਗ ਲੰਘਣ ਹਾਰਾ। ਮੰਝ ਤੂੰ ਗੁਰੂ ਕਾ ਜਹਾਜ਼ ਹੈ, ਜਿਹੜਾ ਤੇਰੇ ਨਾਮ ਨੂੰ ਲਏਗਾ, ਤੇਰੀ ਸੰਗਤ ਕਰੇਗਾ, ਤੇਰੇ ਜੀਵਨ ਨੂੰ ਸਰਵਣ ਕਰੇਗਾ, ਉਹ ਵੀ ਇਸ ਭਵ ਸਾਗਰ ਤੋਂ ਜ਼ਰੂਰ ਤਰੇਗਾ। ਇੱਥੇ ਭਾਈ ਸੰਤੋਖ ਸਿੰਘ ਜੀ ਨੇ ਸੰਖੇਪ ਮਾਤਰ ਉਹਨਾਂ ਦਾ ਜੀਵਨ ਲਿਖਿਆ ਹੈ। ਸੋ ਕਹਿੰਦੇ ਨੇ ਬਾਕੀ ਜਿਹੜਾ ਉਹਨਾਂ ਦਾ ਜੀਵਨ ਹੈ ਉਹ ਹੋਰ ਕਥਾ ਵਿੱਚ ਸੰਗਤ ਸਰਵਣ ਕਰੇਗੀ। ਹਮਜਾ ਜੱਜਾ ਮਿਲ ਜੁਗ ਭਰਾਤ। ਇਹ ਵੀ ਦੋਨੇ ਭਰਾ ਹਨ, ਸਿੱਖਾਂ ਦੇ ਨਾਮ ਨੇ, ਭਾਈ ਹਮਜਾ ਤੇ ਭਾਈ ਜੱਜਾ। ਇਹ ਦੋਨੋਂ ਜਣੇ ਬਾਲਾ ਮਰਵਾਹਾ ਵਖਿਆਤ। ਭਾਈ ਬਾਲਾ ਤੇ ਭਾਈ ਮਰਵਾਹਾ,
ਇਹ ਜਿਹੜੇ ਪ੍ਰਗਟ ਸਿੱਖ ਸਨ। ਅਪਰ ਓਹਰੀ ਨਾਨੋ ਆਇਓ। ਫਿਰ ਭਾਈ ਓਹਰੀ ਜੀ ਤੇ ਭਾਈ ਨਾਨੋ ਇਹ ਵੀ ਆਏ ਹਨ। ਸੂਰੀ ਹੁਤੋ ਚੌਧਰੀ ਗਾਇਓ। ਤੇ ਭਾਈ ਸੂਰੀ ਇਹ ਨਗਰ ਦਾ ਚੌਧਰੀ ਸੀ, ਇਹ ਵੀ ਚੱਲ ਕੇ ਆਇਆ ਹੈ। ਸ੍ਰੀ ਅਰਜਨ ਕੇ ਪਹੁੰਚੇ ਪਾਸ। ਸਾਰੇ ਮਿਲ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਰਨ ਵਿੱਚ ਆਏ ਹਨ। ਬੰਦਨ ਕਰ ਭਾਖੀ ਅਰਦਾਸ। ਹੱਥ ਜੋੜ ਕੇ ਨਮਸਕਾਰ ਕੀਤੀ ਹੈ, ਬੇਨਤੀ ਕਰਨ ਲੱਗੇ ਹਨ। ਗੁਰੂ ਗਰੀਬ ਨਿਵਾਜ ਮਹਾਨਾ। ਹੈ ਗੁਰੂ ਗਰੀਬ ਨਵਾਜ ਸਤਿਗੁਰੂ ਜੀ, ਵਚ ਪੁਰਾਣ ਸੁਣਿਓ ਹਮ ਕਾਨਾ। ਅਸੀਂ ਪੁਰਾਣਾਂ ਨੂੰ ਪੜ੍ਹਿਆ ਵੀ ਹੈ ਤੇ ਕੰਨਾਂ ਦੇ ਨਾਲ ਸੁਣਿਆ ਵੀ ਹੈ ਕਾਂਸ਼ੀ ਕੇਰ ਮਹਾਤਮ ਭਾਰੇ। ਕਿ ਕਾਂਸ਼ੀ ਜਿਹੜੀ ਸ਼ਿਵ ਦੀ ਨਗਰੀ ਹੈ, ਉਹ ਉਸ ਦਾ ਬੜਾ ਭਾਰੀ ਵੱਡਾ ਮਹਾਤਮ ਹੈ। ਮਰੇ ਤਹਾਂ ਮੁਕਤੀ ਲੈ ਸਾਰੇ। ਕਈ ਕਹਿੰਦੇ ਨੇ ਕਿ ਉੱਥੇ ਜਿਹੜੇ ਲੋਕ ਮਰਦੇ ਨੇ ਕਾਂਸ਼ੀ ਦੇ ਵਿੱਚ, ਉਹ ਮੁਕਤ ਹੁੰਦੇ ਹਨ ਸ਼ਿਵ ਕੇ ਨਿਕਟ ਵਾਸ ਕੋ ਤੇ ਪਾਵੈ। ਫਿਰ ਉਹਨਾਂ ਦਾ ਨਿਵਾਸ ਸ਼ਿਵ ਜੀ ਦੇ ਨੇੜੇ ਹੁੰਦਾ ਹੈ ਜਨਮ ਮਰਨ ਕੋ ਕਸ਼ਟ ਤੇ ਮਿਟਾਵੈ। ਉਹਨਾਂ ਦੇ ਜਨਮ ਮਰਨ ਦੇ ਕਸ਼ਟ ਜਿਹੜੇ ਨੇ ਉਹ ਮਿਟ ਜਾਂਦੇ ਨੇ। ਆਪ ਸੁਦਾ ਸਰ ਮਹਿਮਾ ਭਾਖੀ। ਪਰ ਮਹਾਰਾਜ ਆਪ ਜੀ ਨੇ ਸ਼੍ਰੀ ਅੰਮ੍ਰਿਤਸਰ ਦੀ ਮਹਿਮਾ ਦੱਸੀ ਹੈ ਸ੍ਰੀ ਗ੍ਰੰਥ ਸਾਹਿਬ ਮਹਿ ਰਾਖੀ। ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਵੀ ਅਸੀਂ ਅੰਮ੍ਰਿਤਸਰ ਦੀ ਮਹਿਮਾ ਪੜ੍ਹਦੇ ਹਾਂ। ਤੁਸੀਂ ਅੰਮ੍ਰਿਤਸਰ ਦੀ ਇਸ ਤੀਰਥ ਦੀ ਮਹਿਮਾ ਕਹੀ ਹੈ। ਕਹੋ ਮਹਾਤਮ ਹੈ ਇਸ ਥੈ ਜੈਸੀ। ਇਹ ਦੱਸੋ ਕਿ ਇਸ ਦਾ ਮਹਾਤਮ ਕਿਸ ਤਰ੍ਹਾਂ ਹੈ। ਨਿਰਣੇ ਕਰੋ ਲਹੈ ਸਿਖ ਤੈਸੀ। ਆਪ ਜੀ ਕਿਰਪਾ ਕਰਕੇ ਨਿਰਣਾ ਕਰਕੇ ਦੱਸੋ ਕਿ ਸਿੱਖ ਜਾਣ ਲੈਣ। ਸ੍ਰੀ ਅਰਜਨ ਜੀ ਸੁਣਤ ਵਖਾਨਾ। ਇਹਨਾਂ ਦੀ ਬੇਨਤੀ ਸੁਣ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉੱਤਰ ਦਿੱਤਾ। ਤੀਰਥ ਰਚਨ ਸੁਦਾਸਰ ਠਾਨਾ। ਮਹਾਰਾਜ ਕਹਿੰਦੇ ਅੰਮ੍ਰਿਤਸਰ ਇਹ ਤੀਰਥ ਰਚਿਆ ਹੈ। ਇਸਕੇ ਗਿਰਦੇ ਦਵਾਦਸ ਕੋਸ। ਇਸ ਦੇ 12 ਕੋ ਦੂਰ ਦੂਰ ਤੀਰਥ ਤੀਨ ਲੋਕ ਕੇ ਜੋਸ। ਤਿੰਨਾਂ ਲੋਕਾਂ ਦੇ ਜਿਹੜੇ ਤੀਰਥ ਹਨ। ਕਲਯੁਗ ਕੇ ਤਰ ਕਰ ਉਰ ਤਰਾਸ। ਕਲਯੁਗ ਦਾ ਬਹੁਤਾ ਡਰ ਆਪਣੇ ਅੰਦਰ ਧਾਰ ਕੇ ਸਗਰੇ ਆਵਹਿ ਕਰਹਿ ਨਿਵਾਸ। ਸਾਰੇ ਜਿਹੜੇ ਤੀਰਥ ਨੇ ਇੱਥੇ ਆ ਕੇ ਨਿਵਾਸ ਰੱਖ ਰਹੇ ਨੇ। ਇਸ ਅੰਮ੍ਰਿਤਸਰ ਦੇ 12 ਕੋਹ ਦੇ ਵਿੱਚ ਮਹਾਰਾਜ ਕਹਿੰਦੇ ਤਿੰਨਾਂ ਲੋਕਾਂ ਦੇ ਜਿਹੜੇ ਤੀਰਥ ਹਨ, ਕਲਯੁਗ ਤੋਂ ਬਹੁਤਾ ਡਰ ਧਾਰ ਕੇ ਇੱਥੇ ਆ ਕੇ ਆਪਣਾ ਨਿਵਾਸ ਰੱਖ ਰਹੇ ਨੇ। ਸਭ ਕੋ ਫਲ ਇਸ ਥਲ ਤੇ ਹੋਏ। ਸਾਰੇ ਤੀਰਥਾਂ ਦਾ ਫਲ ਮਹਾਤਮ ਇਸ ਅਸਥਾਨ ਤੋਂ ਮਿਲਦਾ ਹੈ। ਬਾਸ ਕਰਹਿ ਇਹ ਠਾਨ ਨਰ ਜੋਏ। ਜਿਹੜੇ ਇਸ ਥਾਂ ਦੇ ਉੱਤੇ ਆ ਕੇ ਆਪਣਾ ਨਿਵਾਸ ਰੱਖ ਰਹੇ ਹਨ। ਬੀਚ ਬਣਿਓ ਸੁੰਦਰ ਹਰਿ ਮੰਦਰ। ਇਸ ਤੀਰਥ ਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਸਜਿਆ ਹੈ। ਨਿਸ ਦਿਨ ਸਤ ਨਾਮ ਜਿਸ ਅੰਦਰ। ਜਿਸ ਹਰਮੰਦਰ ਸਾਹਿਬ ਦੇ ਅੰਦਰ ਦਿਨ ਰਾਤ ਪਰਮੇਸ਼ਰ ਦੇ ਸਿਮਰਨ ਦਾ ਜਾਪ ਹੋ ਰਿਹਾ ਹੈ। ਸ੍ਰੀ ਗੁਰ ਕੀ ਬਾਣੀ ਸ਼ੁਭ ਰਰੈ। ਗੁਰਬਾਣੀ ਦਾ ਕੀਰਤਨ ਅੱਠੇ ਪੈਰ ਹੁੰਦਾ ਹੈ। ਜਿਸ ਮੈਂ ਨਾਮ ਮਹਾਤਮ ਧਰੈ। ਜਿਸ ਦੇ ਅੰਦਰ ਸਦਾ ਨਾਮ ਦਾ ਮਹਾਤਮ ਧਰਿਆ ਹੈ। ਨਾਮ ਰੋ ਨਾਮੀ ਭੇਦ ਨਾ ਕੋਈ। ਨਾਮ ਅਤੇ ਨਾਮੀ ਵਿੱਚ ਕੋਈ ਭੇਦ ਨਹੀਂ ਹੈ। ਯਾ ਤੇ ਬਾਸ ਪਰਮੇਸ਼ਰ ਸੋਈ। ਇੱਥੇ ਜਿਹੜੇ ਦੇਵਤੇ ਨੇ ਉਹ ਵੀ ਨਿਵਾਸ ਰੱਖ ਰਹੇ ਹਨ। ਜਿਮ ਗੰਗਾ ਮੈਂ ਮੁਖ ਹਰਦੁਆਰ। ਹਾਂ, ਜਿਸ ਤਰ੍ਹਾਂ ਗੰਗਾ ਦੇ ਵਿੱਚ ਮੁੱਖ ਸਥਾਨ ਹਰਿਦੁਆਰ ਹੈ, ਤਿਮ ਹਰ ਪੌਰ ਇਹਾਂ ਨਿਰਧਾਰ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਹਰ ਕੀ ਪੌੜੀ ਜਿਹੜੀ ਹੈ ਉਸ ਨੂੰ ਮੰਨੋ। ਨਿਰਗੁਣ ਰੂਪ ਨਾਮ ਬ੍ਰਹਮ ਗਿਆਨ। ਜਿਹੜਾ ਬ੍ਰਹਮ ਗਿਆਨ ਦੇਣ ਵਾਲਾ ਉਹ ਨਿਰਗੁਣ ਨਾਮ ਹੈ। ਸਗੁਣ ਸਰੂਪ ਆਪ ਭਗਵਾਨ। ਅਤੇ ਸਰਗੁਣ ਸਰੂਪ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭਗਵਾਨ ਦਾ ਸਰੂਪ ਨੇ। ਦੋਨੋਂ ਬਾਸ ਕਰਹਿ ਜਬ ਇਸਮੈ। ਦੋਨੇ ਇੱਥੇ ਨਿਵਾਸ ਰੱਖ ਰਹੇ ਨੇ। ਇੱਕ ਨਾਮ ਤੇ ਨਾਮੀ, ਨਿਰਗੁਣ ਅਤੇ ਸਰਗੁਣ। ਨਿਰਗੁਣ ਸਰੂਪ ਪਰਮਾਤਮਾ ਦਾ ਨਾਮ ਜਿਹੜਾ ਮੁਕਤੀ ਦੇਣ ਵਾਲਾ ਹੈ, ਅਤੇ ਸਰਗੁਣ ਸਰੂਪ ਭਗਵਾਨ ਦਾ ਆਪਣਾ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਨਿਰਗੁਣ ਅਤੇ ਸਰਗੁਣ ਦੋਨੋਂ ਸਰੂਪ ਇੱਥੇ ਹਨ। ਮਜਦ ਦਰਸਤ ਆਗ ਰਹਿ ਕਿਸਮੈ। ਜਿਹੜਾ ਇੱਥੇ ਇਸ਼ਨਾਨ ਕਰੇ, ਦਰਸ਼ਨ ਕਰੇ, ਉਸ ਦੇ ਪਾਪ ਕਿਸ ਤਰ੍ਹਾਂ ਰਹਿਣਗੇ। ਉਸ ਦੇ ਪਾਪ ਨਾਸ਼ ਹੋ ਜਾਣਗੇ। ਦਿਨ ਪ੍ਰਤ ਬਸਹਿ ਬਦੇ ਅਧਿਕਾਈ। ਦਿਨ ਪ੍ਰਤੀ ਦਿਨ ਇੱਥੇ ਬਹੁਤੀ ਸੰਗਤ ਵਧੇਗੀ। ਲక్ష్ਮੀ ਸ਼ਰਨ ਬਸੈ ਇਸ ਥਾਈ। ਇਸ ਥਾਂ ਦੇ ਉੱਤੇ ਆ ਕੇ ਲక్ష్ਮੀ ਵੀ ਜਿਹੜੀ ਹੈ
ਉਹ ਆਪਣਾ ਥਾਂ ਟਿਕਾਣਾ ਭਾਲੇਗੀ। ਜਹ ਸ੍ਰੀ ਕਰਤਾ ਪੁਰਖ ਅਕਾਲ, ਜਿੱਥੇ ਅਕਾਲ ਪੁਰਖ ਕਰਤਾ ਪੁਰਖ ਪਰਮੇਸ਼ਰ ਦਾ ਨਿਵਾਸ ਹੈ। ਬਿਦ ਸ਼ਿਵ ਬਸੈ ਪ੍ਰਭੂ ਕੇ ਨਾਲ, ਬ੍ਰਹਮਾ ਸ਼ਿਵ ਇਹ ਸਾਰੇ ਦੇਵਤੇ ਪ੍ਰਮਾਤਮਾ ਅਕਾਲ ਪੁਰਖ ਦੇ ਚਰਨਾਂ ਵਿੱਚ ਹੀ ਵਸਦੇ ਨੇ। ਪੁਨ ਸੁਰ ਆਸੂ ਕੋਈ ਨਾ ਫਿਰ ਆਹ, ਐਸਾ ਕੋਈ ਵੀ ਦੇਵਤਾ ਨਹੀਂ ਹੈ ਆਣ ਇਹਾਂ ਨਹਿ ਬਾਸੋ ਲਹ, ਜਿਹੜਾ ਇੱਥੇ ਆ ਕੇ ਨਾ ਨਿਵਾਸ ਰੱਖਦਾ ਹੋਵੇ। ਕਿਉਂਕਿ ਕਲਯੁਗ ਤੋਂ ਡਰ ਧਾਰ ਕੇ ਉਹਦੀ ਮਾਰ ਤੋਂ ਬਚਣ ਵਾਸਤੇ ਸਾਰੇ ਪਰਮਾਤਮਾ ਵਾਹਿਗੁਰੂ ਜੀ ਦੀ ਸ਼ਰਨ ਵਿੱਚ ਆਣ ਬੈਠੇ ਹਨ। ਜਿੱਥੇ ਪਰਮਾਤਮਾ ਦਾ ਨਿਵਾਸ ਹੋਵੇ ਫਿਰ ਲక్ష్ਮੀ ਦਾ ਨਿਵਾਸ ਵੀ ਉੱਥੇ ਹੀ ਹੈ। ਫਿਰ ਸਾਰੇ ਦੇਵਤੇ ਜਿਹੜੇ ਨੇ ਉਹ ਵੀ ਇੱਥੇ ਹੀ ਆ ਕੇ ਥਾਂ ਭਾਲਦੇ ਹਨ। ਹਰ ਕੇ ਅਧਿਕ ਨਿਕਟ ਅਧਿਕ ਫਲ ਸਾਰੇ, ਤੇ ਮਹਾਰਾਜ ਕਹਿੰਦੇ ਹਨ ਇੱਥੇ ਹਰ ਕੇ ਨਿਕਟ ਅਦਕ ਫਲ ਸਾਰੇ, ਹਰੀ ਦੇ ਨੇੜੇ ਸਾਰੇ ਫਲ ਪ੍ਰਾਪਤ ਹੁੰਦੇ ਨੇ। ਅਪਰ ਨ ਕੋ ਸਮਤਾ ਇਸ ਧਾਰੇ, ਇਸ ਸਥਾਨ ਦੇ ਸਮਾਨ ਹੋਰ ਕੋਈ ਬਰਾਬਰੀ ਨਹੀਂ ਕਰ ਸਕਦਾ। ਠੀਕ ਹੈ, ਮੰਨਿਆ ਦੇਵਤਿਆਂ ਦੀਆਂ ਪੁਰੀਆਂ ਮਹਾਨ ਨੇ, ਪਰ ਉਹ ਕੁਝ ਫਲ ਦੇ ਸਕਦੀਆਂ ਨੇ, ਉਹ ਸੁਰਗਾਂ ਦੇ ਵਿੱਚ ਨਿਵਾਸ ਦੇ ਸਕਦੀਆਂ, ਪਰ ਇੱਥੇ ਤਾਂ ਹਰੀ ਅਕਾਲ ਪੁਰਖ ਦਾ ਆਪਣਾ ਨਿਵਾਸ ਹੈ। ਤੇ ਜਿੱਥੇ ਹਰੀ ਦਾ ਨਿਵਾਸ ਹੋਵੇ, ਜਿੱਥੇ ਨਾਮ ਦਾ ਪ੍ਰਵਾਠੇ ਪੈਰ ਚੱਲ ਰਿਹਾ ਹੋਵੇ, ਉਹ ਨਾਮ ਪਰਮਾਤਮਾ ਵਿੱਚ ਭੇਦ ਕਰਦਾ ਹੈ। ਇਸ ਲਈ ਸਾਰੇ ਜਿਹੜੇ ਹਨ ਉਹ ਹਰੀ ਦੇ ਪਾਸ ਆ ਕੇ ਫਲ ਲੈਣਾ ਚਾਹੁੰਦੇ ਨੇ। ਹਰ ਮੰਦਰ ਮਹਿ ਨਿਤ ਸਤਨਾਮ, ਹਰ ਮੰਦਰ ਦੇ ਅੰਦਰ ਨਿਤਾ ਪ੍ਰਤੀ ਹਰ ਰੋਜ਼ ਨਾਮ ਦਾ ਪ੍ਰਵਾਹ ਚੱਲ ਰਿਹਾ ਹੈ। ਸਿਮਰਹਿ ਸੁਨੈ ਸੁਮਨ ਬਿਸਰਾਮ, ਤੇ ਜਿਹੜਾ ਵੀ ਇੱਥੇ ਆ ਕੇ ਸਿਮਰਨ ਕਰਦਾ ਹੈ, ਸੁਣਦਾ ਹੈ ਨਾਮ ਨੂੰ, ਉਹਦਾ ਮਨ ਜਿਹੜਾ ਹੈ ਉਹ ਟਿਕ ਜਾਂਦਾ ਹੈ, ਵਿਸ਼ਰਾਮ ਹੁੰਦਾ, ਟਿਕਾਣਾ ਪਾ ਜਾਂਦਾ ਹੈ, ਸ਼ਾਂਤੀ ਦੇ ਵਿੱਚ ਆ ਜਾਂਦਾ ਹੈ। ਕਰਤ ਪ੍ਰੇਮ ਕੋ ਛੇਮ ਲਹਾਂਗੇ, ਜਿਹੜਾ ਪ੍ਰੇਮ ਕਰੇਗਾ ਇਸ ਸਥਾਨ ਦੇ ਨਾਲ, ਨਾਮ ਦੇ ਨਾਲ, ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ, ਉਹ ਅੰਤ ਕਲਿਆਣ ਪਾਵੇਗਾ। ਬ੍ਰਹਮ ਗਿਆਨ ਤੇ ਕਸ਼ਟ ਦਹਾਂਗੇ, ਬ੍ਰਹਮ ਗਿਆਨ ਪ੍ਰਾਪਤ ਹੋਣ ਦੇ ਨਾਲ ਸਾਰੇ ਕਸ਼ਟ ਨਾਸ਼ ਹੋ ਜਾਣਗੇ। ਤੀਨੋਂ ਤਾਪ ਨਿਵਾਰਨ ਕਰੈ, ਜਿਹੜੇ ਤਿੰਨੇ ਤਾਪ ਨੇ ਉਹ ਨਾਸ਼ ਹੋਣਗੇ। ਅੰਤਹਿ ਕਰਨਾ ਮਹਾ ਮਲ ਹਰੈ, ਤੇ ਅੰਤਸ਼ਕਰਨ ਦੀ ਜਿਹੜੀ ਮੈਲ ਹੈ ਉਹ ਦੂਰ ਹੋਵੇਗੀ। ਬ੍ਰਹਮ ਗਿਆਨ ਕੋ ਲਹਿ ਨਿਸ਼ਕਾਮ, ਨਿਸ਼ਕਾਮ ਹੋ ਕਰਕੇ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਨਗੇ। ਪੁਰਹਿ ਕਾਮਨਾ ਜੋ ਸਹਿ ਕਾਮ, ਜਿਹੜੇ ਕਾਮਨਾ ਵਾਲੇ ਨੇ ਉਹਨਾਂ ਦੀਆਂ ਕਾਮਨਾ ਪੂਰੀਆਂ ਹੋਣਗੀਆਂ। ਜਿਹੜੇ ਨਿਸ਼ਕਾਮ ਹੋ ਕੇ ਇੱਥੇ ਦਰਸ਼ਨ ਕਰਨਗੇ, ਇਸ਼ਨਾਨ ਕਰਨਗੇ, ਸਿਮਰਨ ਕਰਨਗੇ, ਭਜਨ ਕਰਨਗੇ, ਸਤਨਾਮ ਸੁਣਨਗੇ, ਉਹ ਬ੍ਰਹਮ ਗਿਆਨ ਪ੍ਰਾਪਤ ਕਰਨਗੇ। ਤੇ ਜਿਹੜੇ ਕਾਮਨਾ ਵਾਲੇ ਇੱਥੇ ਆ ਕੇ ਨਮਸਕਾਰ ਕਰਨਗੇ, ਉਹਨਾਂ ਦੀਆਂ ਕਾਮਨਾਵਾਂ ਪੂਰੀਆਂ ਹੋਣਗੀਆਂ। ਅੰਮ੍ਰਿਤਸਰ ਪਰਕਰਮਾ ਮਾਹੇ, ਅੰਮ੍ਰਿਤਸਰ ਹਰਿਮੰਦਰ ਸਾਹਿਬ ਦੀਆਂ ਪਰਕਰਮਾਂ ਦੇ ਵਿੱਚ ਪਗ ਪਗ ਮਹਿ 100 ਤੀਰਥ ਆਹੇ, ਮਹਾਰਾਜ ਕਹਿੰਦੇ ਇੱਕ ਇੱਕ ਕਦਮ ਤੇ 100 ਤੀਰਥ ਇੱਥੇ ਨਿਵਾਸ ਕਰਦਾ ਹੈ। ਇਸੇ ਲਈ ਮਹਾਂਪੁਰਖਾਂ ਦਾ ਕਹਿਣਾ ਹੈ ਕਿ ਜਦੋਂ ਵੀ ਹਰਿਮੰਦਰ ਸਾਹਿਬ ਦੀ ਪਰਕਰਮਾ ਦੇ ਵਿੱਚ ਜਾਈਏ ਤੇ ਆਪਣੀਆਂ ਗੱਲਾਂ ਸੰਕੋਚ ਲਈਏ, ਕਿਉਂਕਿ ਹਰਿਮੰਦਰ ਸਾਹਿਬ ਦੀਆਂ ਪਰਕਰਮਾ ਦੇ ਵਿੱਚ ਇੱਕ ਇੱਕ ਕਦਮ ਤੇ 100 ਤੀਰਥ ਇੱਥੇ ਨਿਵਾਸ ਰੱਖ ਰਿਹਾ ਹੈ। ਇਸ ਲਈ ਸਾਰੇ ਹੀ ਇੱਥੇ ਸ਼ਾਂਤੀ ਚਾਹੁੰਦੇ ਹਨ। ਸੂਖਮ ਰੂਪ ਧਾਰ ਤਟ ਰਹਿ, ਉਹਨਾਂ ਤੀਰਥਾਂ ਨੇ ਸੂਖਮ ਸਰੂਪ ਧਾਰੇ ਨੇ ਤੇ ਕੰਢੇ ਤੇ ਆ ਕੇ ਉਹਨਾਂ ਨਿਵਾਸ ਕੀਤਾ ਹੈ। ਨਿਜ ਨਿਜ ਪਾਵਨਤਾ ਕੋ ਚਾਹੈ, ਆਪੋ ਆਪਣੀ ਪਾਵਨਤਾ ਚਾਹੁੰਦੇ ਹਨ। ਕਿਉਂਕਿ ਜਿਹੜੇ ਤੀਰਥ ਨੇ ਉਹ ਹੈ ਤਾਂ ਪਵਿੱਤਰ ਸੀ, ਪਰ ਕਲਯੁਗੀ ਜੀਵਾਂ ਨੇ ਆਪਣੇ ਪਾਪ ਧੋ ਕੇ ਉਹਨਾਂ ਨੂੰ ਵੀ ਜਿਹੜਾ ਸੀ ਮੈਲ ਦੇ ਸਹਿਤ ਕੀਤਾ, ਉਹ ਹੁਣ ਪਵਿੱਤਰਤਾ ਚਾਹੁੰਦੇ ਹਨ। ਅੰਮ੍ਰਿਤਸਰ ਹਰਿਮੰਦਰ ਸਾਹਿਬ ਆ ਕੇ ਇੱਥੇ ਆ ਕਰਕੇ ਸੂਖਮ ਸਰੂਪ ਧਾਰਨ ਕਰਕੇ ਆਪ ਚਰਨਾਂ ਵਿੱਚ ਬੈਠੇ ਨੇ ਕਿ ਸਾਨੂੰ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ ਅਸੀਂ ਵੀ ਪਵਿੱਤਰ ਹੋ ਸਕੀਏ। ਇਸੇ ਕਰਕੇ ਗੁਰੂ ਸਾਹਿਬ ਜੀ ਨੇ ਸਥਾਨ ਦਾ ਨਾਮ ਹੀ 68 ਘਾਟ ਰੱਖਿਆ ਹੈ ਕਿ ਇੱਥੇ 68 ਤੀਰਥ ਜਿਹੜੇ ਨੇ ਉਹ ਆਪਣਾ ਕੇ ਨਿਵਾਸ ਰੱਖ ਰਹੇ ਨੇ। ਫਿਰ ਇੱਕ ਇੱਕ ਤੀਰਥ ਦਾ ਫਲ ਲੈਣ ਵਾਸਤੇ ਮਨੁੱਖ ਕਿਸੇ ਵੱਖਰੇ ਵੱਖਰੇ ਤੀਰਥ ਤੇ ਜਾਂਦਾ ਹੈ। ਮੈਂ ਫਲਾਣੇ ਤੀਰਥ ਤੇ ਆਵਾਂ, ਉੱਥੇ ਆਵਾਂ, ਉੱਥੋਂ ਮੈਨੂੰ ਆਹ ਫਲ ਮਿਲੇਗਾ, ਫਲਾਣੇ ਦੇਵਤੇ ਤੋਂ ਆਹ ਫਲ ਮਿਲੇਗਾ। ਪਰ ਜਿੱਥੇ ਸਾਰੇ ਤੀਰਥ ਆ ਕੇ ਨਿਵਾਸ ਰੱਖ ਰਹੇ ਹੋਣ, ਕਿ ਉਹਦੀ ਮਹਾਨਤਾ ਜ਼ਿਆਦਾ ਵਿਸ਼ੇਸ਼ਤਾ ਵਾਲੀ ਹੈ। ਇਸ ਲਈ ਮਹਾਰਾਜ ਕਹਿੰਦੇ ਹਨ ਕਿ ਇੱਥੇ ਜਿਹੜਾ ਪ੍ਰੇਮ ਦੇ ਨਾਲ ਆ ਕਰਕੇ ਗੁਰੂ ਸ਼ਰਨ ਦੇ ਵਿੱਚ ਆ ਕੇ ਸਤਨਾਮ ਦਾ ਅਭਿਆਸ ਕਰੇ, ਸਿਮਰਨ ਕਰੇ, ਮਹਾਰਾਜ ਕਹਿੰਦੇ ਉਹਨੂੰ ਸਾਰੇ ਤੀਰਥਾਂ ਦਾ ਫਲ ਇੱਥੋਂ ਹੀ ਮਿਲ ਜਾਂਦਾ ਹੈ।
ਇਸ ਲਈ ਗੁਰੂ ਸਾਹਿਬ ਜੀ ਨੇ ਮਹਾਤਮ ਦਰਸਾਇਆ ਹੈ। ਕਾਲਾ ਸਿੱਖ ਮਿਹਰਾ ਔਰ ਇਹ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ਾਂ ਕੀਤੀਆਂ। ਇਹਨਾਂ ਦਾ ਸਵਾਲ ਹੀ ਇਹ ਸੀ ਕਿ ਮਹਾਰਾਜ ਤੀਰਥ ਤਾਂ ਹੋਰ ਵੀ ਬਹੁਤ ਨੇ, ਪਰ ਉਹਨਾਂ ਤੀਰਥਾਂ ਦੀ ਵੀ ਮਹਾਨਤਾ ਦਰਸਾਈ ਗਈ ਹੈ। ਸਾਧ ਸੰਗਤ ਕਾਸ਼ੀ ਦਾ ਜ਼ਿਕਰ ਭਗਤ ਜੀ ਨੇ ਬਾਣੀ ਦੇ ਅੰਦਰ ਵੀ ਕੀਤਾ ਹੈ, ਪਰ ਭਗਤ ਜੀ ਨੇ ਅਖੀਰਲਾ ਜਿਹੜਾ ਸਮਾਂ ਸੀ ਉਹ ਮਗਹਰ ਦੀ ਧਰਤੀ ਤੇ ਬਤੀਤ ਕੀਤਾ, ਇਹ ਦੱਸਣ ਵਾਸਤੇ ਕਿ ਨਾਮ ਦੇ ਵਿੱਚ ਕਿੰਨੀ ਤਾਕਤ ਹੈ। ਕਿਆ ਕਾਸ਼ੀ ਕਿਆ ਊਖਰ ਮਗਹਰ ਆਰਾਮ ਹਿਰਦੈ ਜੋ ਹੋਈ, ਜੋ ਜਨ ਭਾਉ ਭਗਤ ਕਛ ਜਾਣੈ ਤਾਕੋ ਅਚਰਜ ਕਾਹੋ। ਭਗਤ ਸਾਹਿਬ ਜੀ ਕਹਿੰਦੇ ਨੇ ਜਿਹੜਾ ਪਰਮਾਤਮਾ ਦੀ ਭਗਤੀ ਕਰਨੀ ਜਾਣਦਾ ਹੈ ਨਾ, ਉਹਦੇ ਵਾਸਤੇ ਕੁਝ ਅਸ਼ਚਰਤਾ ਵਾਲੀ ਗੱਲ ਨਹੀਂ ਹੈ ਕਿ ਉਹਦੇ ਵਾਸਤੇ ਇਕੱਲੀ ਕਾਂਸ਼ੀ ਮਹਾਨ ਹੈ ਤੇ ਮਗਹਰ ਨਹੀਂ। ਉਹਦੇ ਵਾਸਤੇ ਸਾਰੇ ਥਾਂ ਇੱਕ ਜਿਹੇ ਨੇ, ਕਿਉਂਕਿ ਉਹ ਭਗਤੀ ਕਰਦਾ ਹੈ, ਸਿਮਰਨ ਕਰਦਾ ਹੈ। ਤੇ ਅੰਮ੍ਰਿਤਸਰ ਤਾਂ ਮਹਾਨਤਾ ਦਰਸਾਈ ਹੈ, ਇੱਥੇ ਅੱਠੇ ਪੈਰ ਹੀ ਨਾਮ ਦਾ ਪ੍ਰਵਾਹ ਚੱਲ ਰਿਹਾ। ਇਸ ਲਈ ਮਹਾਨਤਾ ਨਾਮ ਦੀ ਹੈ, ਪਰਮਾਤਮਾ ਦੀ ਭਜਨ ਬੰਦਗੀ ਦੀ ਹੈ। ਇੱਥੇ ਹੋਰ ਗੱਲਾਂ ਨਹੀਂ, ਇੱਥੇ ਅੱਠੇ ਪੈਰ ਕੀਰਤਨ ਦਾ ਪ੍ਰਵਾਹ ਚੱਲਦਾ ਹੈ। ਇਸ ਲਈ ਕਲਯੁਗ ਦੇ ਸਮੇਂ ਅੰਦਰ ਇਹ ਅਸਥਾਨ ਬਹੁਤ ਮਹਾਨ ਹੈ ਤੇ ਸਾਰੇ ਤੀਰਥ ਇੱਥੇ ਆ ਕੇ ਸ਼ਰਨ ਲੈ ਰਹੇ ਨੇ। ਇੱਕ ਇੱਕ ਕਦਮ ਤੇ 100-100 ਤੀਰਥ ਨਿਵਾਸ ਕਰਕੇ ਬੈਠਾ ਹੈ ਕਿ ਸਾਨੂੰ ਪਵਿੱਤਰਤਾ ਮਿਲ ਜਾਵੇ। ਭਾਗਾਂ ਵਾਲੇ ਹਾਂ ਜਿਨ੍ਹਾਂ ਨੂੰ ਗੁਰੂ ਰਾਮਦਾਸ ਜੀ ਦੇ ਦਰ ਦੇ ਦਰਸ਼ਨ ਅਤੇ ਇਸ਼ਨਾਨ ਦੀ ਪ੍ਰਾਪਤੀ ਹੋਈ ਹੈ। ਸਤਿਗੁਰੂ ਕਿਰਪਾ ਕਰਨ, ਜੋ ਵਿਚਾਰਾਂ ਸਰਵਣ ਕੀਤੀਆਂ ਨੇ, ਇਹ ਸਰਵਣ ਕੀਤੀਆਂ ਵਿਚਾਰਾਂ ਸਾਡੇ ਹਿਰਦੇ 'ਚ ਵਸ ਜਾਣ। ਲੋਕ ਸੁਖੀਏ ਪਰ ਲੋਕ ਸੁਹੇਲੇ ਹੋ ਸਕਣ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣੀ, ਅੱਗੇ ਵਾਸਤੇ ਅਸੀਸ ਦੇਣੀ। ਆਓ ਦੋ ਪੰਕਤੀਆਂ ਸਰਵਣ ਕਰੀਏ, ਇੱਥੇ ਫਤਿਹ ਬੁਲਾਈਏ ਜੀ। ਅੰਮ੍ਰਿਤਸਰ ਪਰਿਕਰਮਾ ਮਾਹੇ, ਪਗ ਪਗ ਮੈਂ 100 ਤੀਰਥ ਆਹੇ। ਸੂਖਮ ਰੂਪ ਧਾਰ ਤਟ ਰਹੈ, ਨਿਜ ਨਿਜ ਪਾਵਨਤਾ ਕੋ ਚਾਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।